ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਪਰ ਅਖੇਰ ਹੇਰ ਬਨ ਕਰੇ, ਸਿਮਰਤ ਕੌਲਾਂ ਲਖ ਕਰ ਮੁਰੇ। ਮਨ ਮਹਿ ਜਿਸ ਕੇ ਇਕ ਲਿਵ ਲਾਗੀ, ਬੜ ਭਾਗਣ ਅਤਿਸ਼ੈ ਅਨੁਰਾਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸੰਧਿਆ ਦੇ ਦੀਵਾਨ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸਜੇ ਹਨ। ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਮਹਾਰਾਜ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਪਰਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਆ ਗਏ ਹਨ। ਅੰਮ੍ਰਿਤਸਰ ਦੀ ਜੰਗ ਲੜਨ ਤੋਂ ਬਾਅਦ ਝਬਾਲ ਜਾ ਕੇ ਆਪਣੀ ਬੇਟੀ ਦਾ ਵਿਆਹ ਕੀਤਾ ਹੈ। ਉੱਥੋਂ ਚੱਲ ਕੇ ਤਰਨਤਾਰਨ ਸਾਹਿਬ ਤੇ ਗੋਇੰਦਵਾਲ ਸਾਹਿਬ ਆਏ। ਇੱਕ ਰਾਤ ਸ੍ਰੀ ਗੋਇੰਦਵਾਲ ਸਾਹਿਬ ਰਹਿ ਕੇ ਆਪਣੇ ਪਰਿਵਾਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਛੱਡ ਦਿੱਤਾ। ਕੇਵਲ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਤੇ ਫੌਜ ਸਮੇਤ ਬਿਧੀ ਚੰਦ, ਪੈਂਦੇ ਖਾਨ, ਸਾਰੇ ਸੂਰਬੀਰਾਂ ਨੂੰ ਲੈ ਕੇ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਆਏ। ਸ਼ਾਮ ਦੇ 4-5 ਵਜੇ ਸਨ ਜਦੋਂ ਮਹਾਰਾਜ ਕਰਤਾਰਪੁਰ ਪਹੁੰਚ ਗਏ। ਸੰਗਤਾਂ ਨੂੰ ਦਰਸ਼ਨ ਦਿੱਤੇ। ਉਸੇ ਵੇਲੇ ਮਾਤਾ ਕੌਲਾਂ ਜੀ ਦੇ ਘਰ ਜਾ ਕੇ ਉਹਨਾਂ ਨੂੰ ਵੀ ਦਰਸ਼ਨ ਦਿੱਤੇ। ਮਾਤਾ ਕੌਲਾਂ ਜੀ ਉੱਠਣ ਦੀ ਕੋਸ਼ਿਸ਼ ਕੀਤੀ ਮੰਜੇ ਤੋਂ, ਪਰ ਸਰੀਰ ਨੇ ਸਾਥ ਨਹੀਂ ਦਿੱਤਾ। ਇਤਨੀ ਬਿਮਾਰੀ ਵੱਧ ਚੁੱਕੀ ਸੀ ਤੇ ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਨਾ ਆਪਣੀ ਚਾਦਰ ਵਿੱਚੋਂ ਹੱਥ ਕੱਢ ਕੇ ਬੜੇ ਹੌਲੇ ਹੌਲੇ ਮਹਾਰਾਜ ਦੇ ਚਰਨ ਫੜ ਲਏ। ਕਹਿਣ ਲੱਗੀ, ਸੱਚੇ ਪਾਤਸ਼ਾਹ ਬੜੇ ਸਮੇਂ ਬਾਅਦ ਆਏ ਹੋ, ਮੇਰਾ ਅੰਤ ਸਮਾਂ ਨੇੜੇ ਆ ਰਿਹਾ ਹੈ ਤੇ ਮਹਾਰਾਜ ਹੁਣ ਮੇਰੀ ਬੇਨਤੀ ਹੈ ਵੀ ਜਦੋਂ ਮੇਰੇ ਸਵਾਸ ਨਿਕਲਣਾ ਮੇਰੇ ਸਾਹਮਣੇ ਹੋਵੋ। ਮੈਂ ਆਪ ਜੀ ਦੇ ਦਰਸ਼ਨ ਕਰਦੇ ਕਰਦੇ ਚੋਲਾ ਤਿਆਗ ਦਿਆਂ, ਕਿਉਂਕਿ ਆਪ ਜੀ ਦੇ ਦਰਸ਼ਨਾਂ ਤੋਂ ਵੱਧ ਕੇ ਮੇਰੇ ਵਾਸਤੇ ਸੰਸਾਰ 'ਚ ਕੁਛ ਵੀ ਨਹੀਂ, ਨਾ ਲੋਕ ਵਿੱਚ ਨਾ ਪਰਲੋਕ ਵਿੱਚ। ਸਤਿਗੁਰੂ ਮਹਾਰਾਜ ਕੌਲਾਂ ਦਾ ਪ੍ਰੇਮ ਦੇਖ ਕੇ ਬਚਨ ਕੀਤਾ ਕਿ ਹੌਸਲਾ ਰੱਖੋ ਤੇ ਨਾਮ ਜਪੋ, ਕੱਲ੍ਹ ਸ਼ਾਮ ਨੂੰ ਤੁਸੀਂ ਸੱਚਖੰਡ ਜਾਓਗੇ। ਇਹ ਕਹਿ ਕੇ ਸਤਿਗੁਰੂ ਜੀ ਕੌਲਾਂ ਨੂੰ ਆਸ਼ਵਾਸਨ ਦੇ ਕੇ ਚੱਲੇ, ਆਪਣੇ ਆਸਣ 'ਤੇ ਆਰਾਮ ਕੀਤਾ। ਅਗਲੇ ਦਿਨ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਵਿਹਲੇ ਹੋਏ ਹੀ ਸਨ। ਕਿਸੇ ਪ੍ਰੇਮੀ ਨੇ ਬੇਨਤੀ ਕੀਤੀ, ਮਹਾਰਾਜ ਬੜਾ ਖੂੰਖਾਰ ਬੱਬਰ ਸ਼ੇਰ ਸਾਡੇ ਇਲਾਕੇ 'ਚ ਬੜੀ ਤਬਾਹੀ ਮਚਾ ਰਿਹਾ, ਮੇਰੇ ਪਸ਼ੂ ਮਾਰ ਕੇ ਖਾ ਗਿਆ, ਕਿਰਪਾ ਕਰਕੇ ਉਹਦੇ ਤੋਂ ਸਾਡਾ ਖਹਿੜਾ ਛੁਡਾਓ। ਸਤਿਗੁਰੂ ਮਹਾਰਾਜ ਸ਼ੇਰ ਦਾ ਸ਼ਿਕਾਰ ਕਰਨ ਗਏ ਤੇ ਉਸ ਸ਼ੇਰ ਨੂੰ ਆਪਣੀ ਤੇਗ ਦੇ ਨਾਲ ਲੱਕ ਤੋਂ 2 ਟੋਟੇ ਕਰਕੇ ਉਹਦਾ ਉਧਾਰ ਕਰਕੇ ਵਾਪਸ ਆ ਰਹੇ ਨੇ। ਮਾਤਾ ਕੌਲਾਂ ਜੀ ਦੇ ਕੋਲ ਸੁਣੀਏ ਕਥਾ ਪ੍ਰੇਮ ਨਾਲ, ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਪਰ ਅਖੇਰ ਹੇਰ ਬਨ ਕਰੇ, ਮਹਾਰਾਜ ਜੀ ਨੇ ਹੋਰ ਵੀ ਸ਼ਿਕਾਰ ਖੇਡਿਆ। ਸਿਮਰਤ ਕੌਲਾਂ ਲਖ ਕਰ ਮੁਰੇ। ਅਜੇ ਹੋਰ ਭਾਵੇਂ ਖੇਡਣਾ ਸੀ, ਪਰ ਬਹੁਤਾ ਸਮਾਂ ਇਸ ਕਰਕੇ ਨਹੀਂ ਰੁਕੇ ਵੀ ਕੌਲਾਂ ਯਾਦ ਕਰ ਰਹੀ ਹੈ। ਇਹ ਜਾਣ ਕੇ ਗੁਰੂ ਜੀ ਛੇਤੀ ਵਾਪਸ ਸ਼ਿਕਾਰ ਤੋਂ ਮੁੜ ਆਏ। ਮਨ ਮਹਿ ਜਿਸ ਕੇ ਇਕ ਲਿਵ ਲਾਗੀ। ਧੰਨ ਮਾਤਾ ਕੌਲਾਂ ਜੀ, ਜਿਨ੍ਹਾਂ ਦੇ ਮਨ ਵਿੱਚ ਦਿਨ ਰਾਤ ਇੱਕੋ ਹੀ ਲਿਵ ਲੱਗੀ ਹੋਈ ਹੈ। ਬੜ ਭਾਗਨ ਅਤਿਸ਼ੈ ਅਨੁਰਾਗੀ। ਮਾਤਾ ਕੌਲਾਂ ਜੀ ਬਹੁਤ ਵੱਡੇ ਭਾਗਾਂ ਵਾਲੀ ਆਤਮਾ, 100 ਜਨਮ ਪਰਮੇਸ਼ਰ ਦੀ ਭਗਤੀ ਕਰਦੀ ਰਹੀ ਸੀ ਕਿ ਮਹਾਰਾਜ ਅਕਾਲ ਪੁਰਖ ਮੈਨੂੰ ਪਤੀ ਸਰੂਪ ਵਿੱਚ ਦਰਸ਼ਨ ਦਿਓ। ਮਹਾਰਾਜ ਸਾਹਿਬ ਜਿਸ ਤੋਂ ਅਵਤਾਰ ਧਾਰਨ ਕੀਤਾ ਤੇ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਹੋਇਆ ਸੀ, ਕਾਜੀ ਰੁਸਤਮ ਖਾਂ ਨੂੰ ਤੁਮਰੇ ਗੁਰਦਮਾਦ ਬਣ ਜੈ ਹੈ। ਉਹ ਬਚਨ ਪੂਰਾ ਕਰਨ ਲਈ ਮਾਤਾ ਕੌਲਾਂ ਜੀ ਨੂੰ ਗੁਰੂ ਘਰ 'ਚ ਲਿਆਂਦਾ ਸੀ। ਆ ਵੱਡੇ ਭਾਗਾਂ ਵਾਲੀ ਇਹ ਪਵਿੱਤਰ ਆਤਮਾ ਗੁਰੂ ਸਾਹਿਬ ਨੂੰ ਯਾਦ ਕਰ ਰਹੀ ਹੈ।
ਪ੍ਰੇਰਤ ਹੈ ਹੇਰਤ ਬਨ ਆਏ। ਮਹਾਰਾਜ ਜੰਗਲ ਵੇਖਦੇ ਹੋਏ ਘੋੜੇ ਨੂੰ ਕਾਠੀ ਤੇ ਘੋੜੇ ਨੂੰ ਚਾਡੀ ਲਾਈ ਹੈ ਤੇ ਤੋਰੀ ਆਉਂਦੇ ਛੇਤੀ ਛੇਤੀ, ਪੁਰ ਮਝਾਰ ਪ੍ਰਵਿਸ਼ੇ ਸਹਸਾਏ। ਔਰ ਛੇਤੀ ਨਾਲ ਸ੍ਰੀ ਕਰਤਾਰਪੁਰ ਸਾਹਿਬ ਆ ਗਏ ਨੇ ਛੇਵੇਂ ਪਾਤਸ਼ਾਹ ਜੀ ਮਹਾਰਾਜ, ਕੌਲਾਂ ਕੇ ਮੰਦਰ ਕੋ ਗਏ। ਔਰ ਸਿੱਧੇ ਕੌਲਾਂ ਦੇ ਘਰ ਹੀ ਗਏ ਨੇ। ਕੌਲਾਂ ਦੇ ਮਕਾਨ ਵਿੱਚ ਜਿੱਥੇ ਮਾਤਾ ਕੌਲਾਂ ਜੀ ਮੰਜੇ ਤੇ ਪਏ ਆਪਣੇ ਜੀਵਨ ਦੀਆਂ ਅਖੀਰਲੀਆਂ ਘੜੀਆਂ ਗਿਣ ਰਹੀ ਹੈ, ਉੱਥੇ ਮਹਾਰਾਜ ਸਾਹਿਬ ਜੀ ਪਹੁੰਚੇ ਹਨ। ਉਤਰਤ ਅੰਤਰ ਕੋ ਗਮਨਏ। ਤੇ ਸਤਿਗੁਰੂ ਘੋੜੇ ਤੋਂ ਉਤਰ ਕੇ ਮਾਤਾ ਕੌਲਾਂ ਜੀ ਦੇ ਮਕਾਨ ਵਿੱਚ ਵੜੇ ਹਨ। ਦਿਵਸ ਜਾਮ ਬਾਕੀ ਜਬ ਰਹਿਓ। ਸਾਧ ਸੰਗਤ ਜੀ, ਇੱਕ ਪਹਿਰ ਦਿਨ ਰਹਿ ਗਿਆ ਹੈ, ਯਾਨੀ ਸ਼ਾਮ ਦੇ 4 ਵੱਜ ਗਏ ਹਨ। ਤਬ ਕੌਲਾ ਗੁਰਦਰਸ਼ਨ ਲਹਿਓ। ਮਹਾਰਾਜ ਕਮਰੇ 'ਚ ਆਏ ਨੇ। ਮਾਤਾ ਕੌਲਾਂ ਨੂੰ ਸ੍ਰੀ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋਏ ਨੇ। ਬਦਨ ਪੀਤ ਜੁਗ ਪਲਕ ਮਿਲਾਏ। ਸਾਧ ਸੰਗਤ ਜੀ, ਚਿਹਰਾ ਪੀਲਾ ਪੈ ਚੁੱਕਾ ਸੀ, ਬਿਮਾਰੀ ਇਤਨੀ ਵੱਧ ਚੁੱਕੀ ਸੀ, ਸਰੀਰ ਬਿਲਕੁਲ ਕਮਜ਼ੋਰ ਹੋ ਗਿਆ ਸੀ। ਕਈ ਦਿਨਾਂ ਤੋਂ ਕੁਝ ਖਾਧਾ ਪੀਤਾ ਵੀ ਨਹੀਂ ਸੀ, ਅੰਦਰ ਪਾਣੀ ਦਾ ਘੁੱਟ ਵੀ ਨਹੀਂ ਸੀ ਲੰਘ ਰਿਹਾ, ਤੇ ਚਿਹਰਾ ਪੀਲਾ ਪੈ ਗਿਆ, ਕੁਮਲਾਇਆ ਹੋਇਆ ਸੀ, ਤੇ ਅੱਖਾਂ ਦੋਵੇਂ ਬੰਦ ਸਨ ਮਾਤਾ ਜੀ ਦੀਆਂ। ਗੁਰਮੂਰਤ ਔਰ ਧਿਆਨ ਬਸਾਏ। ਤੇ ਧਿਆਨ ਵਿੱਚ ਗੁਰੂ ਸਾਹਿਬ ਦਾ ਸਰੂਪ ਵਸਿਆ ਹੋਇਆ ਸੀ। ਬਹੁਤੀ ਵੱਡੀ ਉਮਰ ਨਹੀਂ ਸੀ ਮਾਤਾ ਜੀ ਦੀ ਉਮਰ, ਲਗਭਗ ਉਸ ਵੇਲੇ ਜਦੋਂ ਮਾਤਾ ਜੀ ਚੜ੍ਹਾਈ ਕੀਤੀ ਹੈ 30 ਕੁ ਸਾਲ ਦੇ ਹੋਣਗੇ। ਪੂਰੀ ਜਵਾਨੀ ਦੀ ਉਮਰ ਸੀ ਮਾਤਾ ਕੌਲਾਂ ਜੀ ਦੀ, ਪਰ ਜਵਾਨੀ ਵਿੱਚ ਹੀ ਭਾਣਾ ਵਰਤ ਗਿਆ। ਆਪ ਜੀ ਨੂੰ ਸੱਚਖੰਡ ਜਾਣਾ ਪਿਆ, ਕਿਉਂਕਿ ਹੁਕਮ ਹੀ ਇਦਾਂ ਦਾ ਸੀਗਾ। ਸਾਧ ਸੰਗਤ ਜੀ, ਗੁਰੂ ਦੇ ਧਿਆਨ ਵਿੱਚ, ਮਹਾਰਾਜ ਛੇਵੇਂ ਪਾਤਸ਼ਾਹ ਦੇ ਧਿਆਨ ਵਿੱਚ ਅੱਖਾਂ ਬੰਦ ਹਨ। ਗੁਰੂ ਦੀ ਮੂਰਤ ਹਿਰਦੇ 'ਚ ਵਸਾਈ ਹੋਈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਮਨ ਲੈ ਲੀਨ ਗੁਰ ਮਹਿ ਹੋਵਾ। ਮਨ ਮਹਾਰਾਜ ਦੇ ਚਰਨਾਂ 'ਚ ਲੀਨ ਹੋਇਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਧਿਆਨ ਵਿੱਚ ਮਗਨ ਹੋਏ ਪਏ ਹਨ। ਨਿਕਟ ਖਰੇ ਕੋਹ ਨਾਹੇ ਨਾ ਜੋਵਾ। ਮਹਾਰਾਜ ਕੋਲ ਆ ਕੇ ਖੜ ਗਏ ਨੇ, ਪਰ ਅੱਖਾਂ ਬੰਦ ਹੋਣ ਕਰਕੇ ਦੇਖ ਨਹੀਂ ਸਕੀ। ਮਹਾਰਾਜ ਆਏ ਨੇ, ਮੰਜੇ ਦੇ ਕੋਲ ਖੜੇ ਨੇ, ਕੌਲਾਂ ਮੰਜੇ ਤੇ ਪਈ, ਅੱਖਾਂ ਬੰਦ, ਧਿਆਨ ਗੁਰੂ ਚਰਨਾਂ ਦਾ ਲੱਗਾ ਹੋਇਆ ਹੈ, ਤੇ ਗੁਰੂ ਸਾਹਿਬ ਨੂੰ ਪ੍ਰਤੱਖ ਤੌਰ ਤੇ ਬਾਹਰ ਖੜਿਆ ਨਹੀਂ ਦੇਖਿਆ, ਅੰਦਰ ਦੇਖ ਰਹੀ ਹੈ। ਇੱਕ ਇਹ ਅਵਸਥਾ ਹੁੰਦੀ ਹੈ। ਸਾਧ ਸੰਗਤ ਜੀ, ਭਾਈ ਵੀਰ ਸਿੰਘ ਜੀ ਨੇ ਇੱਕ ਕਵਿਤਾ ਦੇ ਵਿੱਚ ਜ਼ਿਕਰ ਕੀਤਾ ਹੈ, ਕਹਿੰਦੇ ਜਦੋਂ ਮਜਨੂ ਤੇ ਲੈਲਾ ਦਾ ਪ੍ਰੇਮੀ ਮਜਨੂ, ਉਹ ਕਹਿੰਦੇ ਫਕੀਰ ਹੋ ਗਿਆ, ਤੇ ਫਕੀਰੀ ਦੇ ਵਿੱਚ ਇੱਕ ਦਰਖਤ ਦੇ ਨਾਲ ਢੋਲ ਲਾ ਕੇ ਖੜਿਆ, ਉੱਥੇ ਹੀ ਸਮਾਧੀ ਲੱਗ ਗਈ। ਕਈ ਸਾਲ ਬੀਤ ਗਏ। ਲੈਲਾ ਵੀ ਹੁਣ ਖਿੱਚ ਖਾਏ ਕਿ ਮਜਨੂ ਲੱਭਦੀ ਆਈ, ਤੇ ਮੈਂ ਲੈਲੀ ਪਈ ਕੂਕੇ, ਮਜਨੂ ਖਬਰ ਨਾ ਪਾਈ। ਕਹਿੰਦੇ ਜਦੋਂ ਲੈਲਾ ਨੇ ਆਖਿਆ ਮੈਂ ਆ ਗਈ ਹਾਂ, ਮਜਨੂ ਅੱਖਾਂ ਖੋਲ। ਉਹ ਕਹਿੰਦੇ ਕਿਹੜੀ? ਜਿਹੜੀ ਲੈਲਾ ਬਾਹਰ ਦੀ, ਉਹ ਤੇ ਮੇਰੇ ਅੰਦਰ ਵਸ ਗਈ ਹੈ, ਬਾਹਰ ਦਾ ਧਿਆਨ ਭੁੱਲ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਇਹੋ ਜਿਹੀ ਅਵਸਥਾ ਆ ਜਾਂਦੀ ਹੈ ਜਦੋਂ ਗੁਰੂ ਵੀ ਸਿੱਖ ਦੇ ਅੰਦਰ ਆ ਜਾਂਦਾ। ਗੁਰੂ ਤੇ ਸਿੱਖ ਇੱਕ ਹੀ ਹੋ ਜਾਂਦੇ ਨੇ। ਗੁਰੂ ਸਿੱਖ, ਸਿੱਖ ਗੁਰੂ ਹੈ ਏਕੋ, ਗੁਰੂ ਉਪਦੇਸ਼ ਚਲਾਏ। ਭਾਈ ਵੀਰ ਸਿੰਘ ਜੀ ਨੇ ਉਹ ਐਗਜ਼ੈਂਪਲ ਦੇ ਕੇ ਅਸਲ 'ਚ ਗੁਰੂ ਸਿੱਖ ਤੇ ਭਗਤ ਭਗਵਾਨ ਦੀ ਏਕਤਾ ਦੀ ਗੱਲ ਦੱਸੀ ਹੈ। ਅੱਜ ਕੀ ਹੋਇਆ? ਮਾਤਾ ਕੌਲਾਂ ਜੀ ਦੇ ਕੋਲ ਖੜੇ ਨੇ ਮੰਜੇ ਦੇ ਸੱਚੇ ਪਾਤਸ਼ਾਹ। ਮਾਤਾ ਜੀ ਮੰਜੇ ਤੇ ਪਏ ਨੇ, ਸਮਾਧੀ ਲੱਗ ਚੁੱਕੀ ਹੈ, ਅੱਖਾਂ ਬੰਦ ਨੇ, ਧਿਆਨ ਦੇ ਵਿੱਚ ਗੁਰੂ ਸਾਹਿਬ ਅੰਦਰ ਆਏ ਖੜੇ ਨੇ, ਅੰਦਰ ਹੀ ਸਰੂਪ ਵਸਿਆ ਹੋਇਆ ਹੈ। ਹਾਂਜੀ, ਦਾਸੀ ਮ੍ਰਿਦਲ ਉਚਾਰਤ ਬੋਲੀ। ਮਹਾਰਾਜ ਕੋਲ ਖੜੇ ਰਹੇ, 2-3 ਮਿੰਟ ਹੋ ਗਏ। ਦਾਸੀ ਨੇੜੇ ਗਈ। ਦਾਸੀ ਨੇ, ਸੇਵਾਦਾਰਨੀ ਨੇ ਮਾਤਾ ਜੀ ਦੇ ਕੰਨ 'ਚ ਹੌਲੇ ਜੀ ਆਖਿਆ, ਪਕੜ ਹਿਲਾਏ ਸਮਾਧੀ ਡੋਲੀ। ਨਾਲੇ ਹੱਥ ਹਿਲਾਇਆ ਫੜ ਕੇ ਥੋੜਾ ਜਿਹਾ। ਮਾਤਾ ਜੀ ਸੱਚੇ ਪਾਤਸ਼ਾਹ ਆਏ ਨੇ, ਕੋਲ ਖੜੇ ਨੇ। ਜਦੋਂ ਇਸ ਤਰ੍ਹਾਂ ਕਿਹਾ ਹੈ,
ਮਾਤਾ ਜੀ ਦੀ ਅੱਖ ਖੁੱਲੀ, ਸਮਾਧੀ ਖੁੱਲੀ ਹੈ। ਹਾਂਜੀ, ਖੁੱਲੇ ਬਿਲੋਚਨ ਦੋਨੋਂ ਐਸੇ, ਦੋਵੇਂ ਸੋਹਣੇ ਸੋਹਣੇ ਨੇਤਰ ਮਾਤਾ ਕੌਲਾਂ ਦੇ ਇਉਂ ਖਿੜੇ ਹਨ, ਕਮਲ ਪਾਖਰੀ ਬਿਕਸਤ ਜੈਸੇ। ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੀਆਂ ਪੰਖੜੀਆਂ ਖਿੜ ਜਾਂਦੀਆਂ ਨੇ, ਇਉਂ ਮਹਾਰਾਜ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਦੇਖਣ ਲਈ ਧੰਨ ਧੰਨ ਮਾਤਾ ਕੌਲਾਂ ਜੀ ਦੇ ਨੇਤਰ ਖੋਲੇ ਹਨ। ਪ੍ਰੀਤਮ ਖਰੇ ਸਮੀਪ ਨਿਹਾਰੇ, ਸਾਹਮਣੇ ਪ੍ਰੀਤਮ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੜੇ, ਕੋਲ ਮੰਜੇ ਦੇ ਖੜੇ ਬਾਈ ਦੇ ਦੇਖੇ ਹਨ। ਬਾਰ ਬਾਰ ਹੋਵਤ ਬਲਿਹਾਰੇ, ਤੇ ਮਾਤਾ ਜੀ ਬਲਿਹਾਰ ਜਾਂਦੇ ਆ, ਬਾਰ ਬਾਰ ਹੋਵਤ ਬਲਿਹਾਰੇ। ਇਸ ਦਰਸ਼ਨ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਇਉਂ ਮਾਤਾ ਜੀ ਵਾਰੇ ਵਾਰੇ ਜਾਂਦੇ ਆ। ਸਾਧ ਸੰਗਤ ਜੀ, ਇਹ ਅਵਸਥਾ ਜਿਨ੍ਹਾਂ ਦੇ ਅੰਦਰ ਬੀਤੀ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇਹ ਪ੍ਰੇਮ ਕੀ ਚੀਜ਼ ਹੁੰਦੀ ਹੈ। ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ। ਆ ਮਹਾਰਾਜ ਸਾਹਿਬ ਦਾ ਸਰੂਪ ਦੇਖ ਕੇ ਮਾਤਾ ਜੀ ਬਲਿਹਾਰ ਜਾ ਰਹੇ ਨੇ, ਕੁਰਬਾਨ ਜਾ ਰਹੇ ਨੇ। ਨੀਠ ਨੀਠ ਉੱਠ ਕਰ ਤਦ ਗਹੇ, ਆਹ ਸਾਧ ਸੰਗਤ ਜੀ ਹੌਲੇ ਹੌਲੇ ਉੱਠਣ ਦੀ ਕੋਸ਼ਿਸ਼ ਕੀਤੀ ਤੇ ਮਹਾਰਾਜ ਦੇ ਚਰਨ ਸਪਰਸ਼ ਕਰਨ ਦੀ ਕੋਸ਼ਿਸ਼ ਕੀਤੀ। ਹਟੀ ਨਾ ਕਿਮ ਹਟਾਏ ਗੁਰ ਰਹੇ, ਮਹਾਰਾਜ ਰੋਕਦੇ ਰਹੇ, ਪਈ ਰਹਿ, ਪਰ ਇਹ ਕੌਲਾਂ ਰੁਕੀ ਨਹੀਂ। ਕੌਲਾਂ ਜ਼ਬਰਦਸਤੀ ਜ਼ੋਰ ਲਾ ਕੇ ਅੱਜ ਉੱਠ ਪਈ। ਉੱਠਣ ਦੀ ਤਾਕਤ ਤਾਂ ਨਹੀਂ ਸੀ ਸਰੀਰ ਦੇ ਵਿੱਚ, ਪਰ ਇੱਕ ਪ੍ਰੇਮ ਦੀ ਤਾਕਤ ਹੁੰਦੀ ਹੈ। ਉਸ ਤਾਕਤ ਦੇ ਅੱਗੇ ਸਾਰੀਆਂ ਕਮਜ਼ੋਰੀਆਂ ਫੇਲ ਹੋ ਜਾਂਦੀਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪ੍ਰੇਮ ਦੀ ਤਾਕਤ ਅੱਗੇ ਕੋਈ ਕਮਜ਼ੋਰੀ ਖੜ ਨਹੀਂ ਸਕਦੀ। ਧੰਨ ਮਾਤਾ ਜੀ ਸਾਰੀਆਂ ਬਿਮਾਰੀਆਂ ਫੇਲ ਕਰਤੀਆਂ ਤੇ ਉੱਠ ਕੇ ਨਾ ਮਹਾਰਾਜ ਦੇ ਚਰਨ ਫੜ ਲਏ ਛੇਵੇਂ ਪਾਤਸ਼ਾਹ ਦੇ। ਨਿਕਟ ਬੈਠ ਕਰ ਧੀਰਜ ਦੀਨ, ਤੇ ਮਹਾਰਾਜ ਕੌਲਾਂ ਦੇ ਕੋਲ ਬੈਠ ਕੇ ਕੌਲਾਂ ਨੂੰ ਧੀਰਜ ਦਿੰਦੇ ਆ, ਹੌਸਲਾ ਦਿੰਦੇ ਆ। ਆਤੁਰ ਹੀਰੀ ਪ੍ਰਿਆ ਪ੍ਰਵੀਨ, ਆਪਣੀ ਪਿਆਰੀ ਭਗਤਣੀ ਪ੍ਰੇਮ ਦੇ ਵਿੱਚ ਭਿੱਜੀ ਹੋਈ ਕਿਤਨੀ ਦੁਖੀ ਹੈ, ਪਰ ਅੰਦਰੋਂ ਕਿੰਨੀ ਸੁਖੀ ਹੈ। ਸਰੀਰ ਕਿੰਨਾ ਦੁਖੀ ਹੈ, ਪਰ ਇਹਦੀ ਆਤਮਾ, ਇਹਦਾ ਮਨ, ਇਹਦੀ ਪ੍ਰੇਮਾ ਭਗਤੀ ਕਿੱਥੇ ਪਹੁੰਚੀ ਹੋਈ ਹੈ। ਸਾਧ ਸੰਗਤ ਜੀ, ਅਸੀਂ ਨਹੀਂ ਅੰਦਾਜ਼ਾ ਲਾ ਸਕਦੇ। ਇਹ ਤਾਂ ਜਿਨ੍ਹਾਂ ਨੂੰ ਇਹ ਰੰਗ ਚੜ੍ਹਿਆ ਨਾ, ਉਹੀ ਜਾਣਦੇ ਆ। ਹਾਂਜੀ, ਤੋਹੇ ਆਨੰਦ ਦੇਣ ਕੇ ਹੇਤ, ਕਹਿਣ ਲੱਗੇ ਕੌਲਾਂ ਤੈਨੂੰ ਆਨੰਦ ਦੇਣ ਵਾਸਤੇ ਚੱਲ ਆਏ ਹਮ ਹੋ ਸੁਚੇਤ। ਅਸੀਂ ਆ ਗਏ ਹਾਂ, ਸੁਚੇਤ ਹੋ ਜਾ, ਹੁਣ ਸਾਵਧਾਨ ਹੋ ਜਾ, ਅਸੀਂ ਤੈਨੂੰ ਆਨੰਦ ਸਰੂਪ ਕਰ ਦਿਆਂਗੇ। ਸਾਧ ਸੰਗਤ ਜੀ, ਆਨੰਦ ਦੀ ਵਿਆਖਿਆ ਨਹੀਂ ਹੋ ਸਕਦੀ। ਹਾ ਕਰੈ ਆਨੰਦ ਆਨੰਦੀ ਮੇਰਾ, ਘਟ ਘਟ ਅੰਤਰ ਸਿਰ ਸਿਰ ਹੈ ਨਿਬੇਰਾ। ਸਿਰ ਸਾਹ ਕੈ ਸਾਚਾ ਸਾਹਿਬ, ਅਵਰ ਨਾਹੀ ਕੋ ਦੂਜਾ ਹੈ। ਉਹ ਮੇਰਾ ਪ੍ਰਭੂ ਆਨੰਦ ਸਰੂਪ ਹੈ। ਤੇ ਉਹ ਆਨੰਦ ਦੀ ਅਵਸਥਾ ਮਾਤਾ ਕੌਲਾਂ ਨੂੰ ਦੇਣ ਆਇਆ ਹੈ। ਪਾਤਸ਼ਾਹ ਕਹਿਣ ਲੱਗੇ, ਉੱਠ ਸੁਚੇਤ ਹੋ, ਤੈਨੂੰ ਆਨੰਦ ਦੇ ਦਰਸ਼ਨ ਕਰਾਈਏ। ਹਾਂਜੀ, ਚਤੁਰ ਘਟੀ ਜੀਵਨ ਤੁਵ ਰਹਿਓ। ਕੌਲਾਂ, ਇਹ ਸਰੀਰ ਦਾ ਸਮਾਂ ਸਿਰਫ 4 ਘੜੀ ਰਹਿ ਗਿਆ ਹੈ। 1.5 ਘੰਟਾ। 4 ਘੜੀ ਦਾ ਮਤਲਬ ਹੈ 1.5 ਘੰਟਾ। 1.5 ਘੰਟਾ ਬਾਕੀ ਸਮਾਂ ਰਹਿ ਗਿਆ ਹੈ। ਪ੍ਰਾਨ ਨਿਦਾਨ ਸਮੋ ਅਬ ਲਹਿਓ। ਇਹ ਪ੍ਰਾਣ ਅੰਤ ਹੋਣਾ, ਇਹ ਚੋਲਾ ਛੁੱਟ ਜਾਣਾ। ਤੂੰ ਸਰੀਰ ਦੀ ਕੈਦ ਵਿੱਚੋਂ ਨਿਕਲ ਕੇ ਜੋਤ ਸਰੂਪ ਹੋ ਜਾਣਾ। ਹਾਂਜੀ, ਦੇਹ ਅੰਤ ਲੋ ਬੈਠ ਹੈ ਤੀਰ। ਜਿੰਨਾ ਚਿਰ ਤੇਰੇ ਸਵਾਸ ਨੇ ਕੌਲਾਂ, ਅਸੀਂ ਤੇਰੇ ਕੋਲ ਹੀ ਬੈਠਾਂਗੇ। ਹੁਣ ਤੇਰੇ ਅੰਤ ਸਮੇਂ ਅਸੀਂ ਤੈਨੂੰ, ਜਿੰਨਾ ਚਿਰ ਤੂੰ ਇਸ ਸਰੀਰ ਦੇ ਵਿੱਚ ਹੈ, ਦਰਸ਼ਨ ਦੇਈ ਜਾਵਾਂਗੇ। ਨਹਿ ਉੱਠ ਜਾਹੇ ਕਿਤੇ ਧਰ ਧੀਰ। ਹਾਂ, ਕਿਤੇ ਉੱਠ ਕੇ ਨਹੀਂ ਜਾਵਾਂਗੇ। ਹੌਸਲਾ ਰੱਖ, ਹੁਣ ਤੈਨੂੰ ਦਰਸ਼ਨ ਹੀ ਹੋਣੇ ਨੇ ਤੇ ਤੂੰ ਦਰਸ਼ਨਾਂ ਦੇ ਵਿੱਚ ਹੀ ਸਮਾ ਜਾਣਾ ਹੈ। ਹਾਂਜੀ, ਦੇਹਨ ਕੋ ਸਨੇਹ ਬਿਦ ਰਾਚਾ। ਕਹਿਣ ਲੱਗੇ ਕੌਲਾਂ, ਵਿਧਾਤਾ ਨੇ, ਪ੍ਰਮਾਤਮਾ ਨੇ, ਵਾਹਿਗੁਰੂ ਨੇ ਸਰੀਰਾਂ ਦਾ ਮੋਹ ਬਣਾਇਆ ਹੋਇਆ। ਮਾਂ ਪਿਓ, ਭੈਣ ਭਰਾ, ਪਤੀ ਪਤਨੀ, ਧੀ ਪੁੱਤਰ, ਕਿੰਨੇ ਸਨੇਹ ਬਣੇ ਨੇ, ਦੋਸਤ ਮਿੱਤਰ, ਸਨੇਹ ਪਿਆਰ ਬਣੇ ਹੋਏ ਨੇ। ਇੱਕ ਦੂਜੀ ਨਾਲ ਲਗਾਓ ਹੈ, ਇਹ ਮੋਹ ਹੈ। ਸਾਰੇ ਸੰਸਾਰ ਵਿੱਚ ਪਰਮੇਸ਼ਰ ਨੇ ਬਣਾਇਆ ਹੋਇਆ। ਹਾਂਜੀ, ਨਹਿ ਇਹ ਥਿਰ ਹੈ ਜਾਨ ਕੱਚ ਪਾਚਾ। ਪਰ ਕੌਲਾਂ, ਇਹ ਸਦਾ ਨਿਭਦਾ ਨਹੀਂ।
ਸਰੀਰ ਵਿਛੜਦੇ ਹੀ ਵਿਛੜਦੇ, ਸਰ ਪਰ ਵਿਛੜਨਾ ਮੋਹੇ ਪਛਤਾਣੇ ਰਾਮ। ਭਾਵੇਂ ਕੋਈ ਪਿਓ ਪੁੱਤਰ ਹੈ, ਭਾਵੇਂ ਕੋਈ ਪਿਓ ਧੀ ਹੈ, ਕੋਈ ਮਾਂ ਬਾਪ ਹੈ, ਕੋਈ ਰਿਸ਼ਤੇ, ਕੋਈ ਪਿਆਰ ਹੈ, ਕੋਈ ਪਤੀ ਪਤਨੀ ਹੈ, ਇੱਕ ਦਿਨ ਵਿਛੜਨਾ ਹੈ, ਸਭ ਨੂੰ ਵਿਛੜਨਾ ਪੈਂਦਾ। ਇਹ ਇਸ ਜਗਤ ਦੀ ਮਰਜ਼ਾਦਾ ਹੈ, ਇਹ ਸੰਸਾਰ ਦੀ ਰੀਤੀ ਹੈ। ਹਾਂਜੀ, ਦ੍ਰਿਸ਼ਟਮਾਨ ਇਹ ਸਕਲ ਬਿਨਾਸ਼ੀ। ਆ ਜੋ ਦਿਸਦਾ ਹੈ ਨਾ ਕੌਲਾਂ, ਇਹ ਸਾਰਾ ਬਿਨਸਣ ਵਾਲਾ ਹੈ, ਇੱਕ ਦਿਨ ਇਹਨੇ ਖਤਮ ਹੋ ਜਾਣਾ ਹੈ। ਹਾਂਜੀ, ਲਖੋ ਰੂਪ ਆਪਨ ਅਬਿਨਾਸ਼ੀ। ਪਰ ਕੌਲਾਂ ਤੂੰ ਆਪਣੇ ਆਪ ਨੂੰ ਅਬਿਨਾਸ਼ੀ ਸਮਝ, ਤੂੰ ਮਰਨ ਵਾਲੀ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਆਪਣਾ ਆਤਮ ਰੂਪ ਜਿਹੜਾ ਹੈ, ਆਤਮ ਰੂਪ ਅਬਿਨਾਸ਼ੀ ਹੈ। ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ। ਨੈਨਮ ਸ਼ਿਦੰਤੀ ਸ਼ਸਤਰਾਣੀ ਨੈਨਮ ਦਹਿਤੀ ਪਾਵਕਾ ਨਾ ਚੈਨਮ ਕਲੇਦਨ ਤਿਆਪੋ ਨਾ ਸ਼ੋਸ਼ਯਤੀ ਮਾਰਤਾ। ਨਾ ਇਹਨੂੰ ਸ਼ਸਤਰ ਕੱਟ ਸਕਦੇ ਨੇ, ਨਾ ਅੱਗ ਸਾੜ ਸਕਦੀ ਹੈ, ਨਾ ਪਾਣੀ ਡੋਬ ਸਕਦਾ ਹੈ, ਨਾ ਹਵਾ ਸੁਕਾ ਸਕਦੀ ਹੈ। ਐਸੀ ਆਤਮਾ ਤੂੰ ਆਪਣੇ ਆਪ ਨੂੰ ਸਮਝ ਲੈ। ਜਿਹੜਾ ਤੂੰ ਆਪਣਾ ਸਰੀਰ ਸਮਝਿਆ, ਇਹ ਤੇਰਾ ਸਰੂਪ ਨਹੀਂ, ਕਿਉਂਕਿ ਇਹ ਤਾਂ ਕਿਰਾਏ ਦਾ ਮਕਾਨ ਹੈ। ਅੱਜ ਤੂੰ ਇਹਨੂੰ ਛੱਡ ਚੱਲੀ ਹੈ, ਪਰ ਜਿਹੜੀ ਤੇਰੀ ਜੋਤ ਹੈ ਇਸ ਸਰੀਰ ਤੋਂ ਵੱਖਰੀ, ਉਹ ਅਬਿਨਾਸ਼ੀ ਹੈ, ਉਹ ਮਰਨ ਵਾਲੀ ਨਹੀਂ। ਉਹ ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਏ ਮਿਲਿਓ ਹੈ ਜੀਆਵਣ ਹਾਰਾ। ਬਸ ਇਹ ਸਮਝ ਲੈ, ਮੈਂ ਮਰਨ ਵਾਲੀ ਨਹੀਂ। ਹਾਂਜੀ, ਜਨਮ ਹੈ ਮਰਹਿ ਨਾ ਜੋ ਨਿਤ ਨਯੋ। ਮਰਨਹਾਰ ਇਹ ਜੀਅਰਾ ਨਾ ਹੈ, ਇਹ ਆਤਮਾ ਮਰਨ ਵਾਲੀ ਨਹੀਂ। ਜਿਹੜਾ ਸਦਾ ਹੀ ਨਵਾਂ, ਨਿਤ ਨਵਾਂ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਨਿਤ ਨਵਾਂ ਹੈ। ਉਹ ਵਾਹਿਗੁਰੂ ਦੀ ਜੋਤ ਜੰਮਣ ਮਰਨ ਵਾਲੀ ਨਹੀਂ। ਆਪਣੇ ਆਪ ਨੂੰ ਉਸ ਜੋਤ ਨਾਲ ਇੱਕ ਮਿਕ ਜਾਣ ਲੈ। ਇਹ ਬੂੰਦ, ਉਹ ਸਾਗਰ, ਪਰ ਹੈ ਤਾਂ ਪਾਣੀ। ਭਾਵੇਂ ਸੋਨਾ ਹੈ ਤੇ ਭਾਵੇਂ ਸੋਨੇ ਦੇ ਗਹਿਣੇ ਹਨ। ਸੋਨੇ ਦੀ ਮੁੰਦਰੀ ਹੈ ਤਾਂ ਵੀ ਸੋਨਾ ਹੈ, ਜੇ ਸੋਨੇ ਦਾ ਬਿਸਕੁਟ ਹੈ ਤਾਂ ਵੀ ਸੋਨਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਬ੍ਰਹਮ ਰੂਪ ਕਰਕੇ ਜਾਣ, ਆਪਣੇ ਆਪ ਨੂੰ ਚੇਤਨ, ਸੱਤ ਚੇਤਨ ਤੇ ਆਨੰਦ ਸਰੂਪ ਜਾਣ। ਜਿਹ ਸੱਤਾ ਕਰ ਜਗ ਦ੍ਰਿਸ਼ਟਿਓ। ਜਿਹਦੀ ਤਾਕਤ ਕਰਕੇ ਜਗਤ ਦੇਖ ਰਿਹਾ ਹੈ। ਆਖੋ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, 6 ਜੋਤੀਆਂ ਨੇ ਸੰਸਾਰ ਦੇ ਵਿੱਚ। ਸੂਰਜ 1, ਚੰਦਰਮਾ 2, ਤਾਰੇ 3, ਬਿਜਲੀ 4, ਅਗਨੀ 5, ਜੁਗਨੂ ਉਹ ਜਿਹੜਾ ਰਾਤ ਨੂੰ ਟਟਹਿਣਾ 6। ਇਹ ਜੜ ਜੋਤੀਆਂ ਨੇ। ਆਤਮਾ ਚੇਤਨ ਜੋਤੀ ਹੈ। ਆਤਮਾ ਨਾ ਹੋਵੇ ਤੇ ਸੂਰਜ ਦੀ ਵੀ ਕੋਈ ਵੈਲਿਊ ਨਹੀਂ। ਸੂਰਜ ਦੁਨੀਆ ਨੂੰ ਰੋਸ਼ਨੀ ਦਿੰਦਾ, ਪਰ ਸੂਰਜ ਨੂੰ ਇਹ ਨਹੀਂ ਪਤਾ ਮੈਂ ਸੂਰਜ ਹਾਂ। ਚੰਦਰਮਾ ਸਾਰੀ ਦੁਨੀਆ ਨੂੰ ਪ੍ਰਕਾਸ਼ ਦਿੰਦਾ, ਪਰ ਚੰਦਰਮਾ ਨੂੰ ਇਹ ਨਹੀਂ ਪਤਾ ਕਿ ਮੈਂ ਚੰਦਰਮਾ ਹਾਂ। ਆਹ ਬਿਜਲੀ ਸਾਨੂੰ ਰੋਸ਼ਨੀ ਦਿੰਦੀ ਹੈ, ਪਰ ਇਹਨੂੰ ਇਹ ਨਹੀਂ ਪਤਾ ਕਿ ਮੈਂ ਬਿਜਲੀ ਹਾਂ। ਆਤਮਾ ਨੂੰ ਪਤਾ ਹੈ। ਆਤਮਾ ਚੇਤਨ ਜੋਤੀ ਹੈ। ਮਹਾਰਾਜ ਕਹਿੰਦੇ ਤੂੰ ਆਪਣੇ ਆਪ ਨੂੰ ਚੇਤਨ ਜੋਤੀ ਸਮਝ ਲੈ। ਸੱਤ ਉਹ ਹੁੰਦਾ ਜੋ ਸਦਾ ਹੀ ਹੋਵੇ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਚੇਤਨ ਉਹ ਹੁੰਦਾ ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਹੋਵੇ ਔਰ ਦੂਸਰੇ ਨੂੰ ਵੀ ਜਾਣਦਾ ਹੋਵੇ। ਤੇ ਆਨੰਦ ਉਹ ਹੁੰਦਾ ਜਿਹਦੇ ਲਾਗੇ ਦੁੱਖ ਕਦੀ ਆਵੇ ਹੀ ਨਾ। ਤੂੰ ਸਦਾ ਹੀ ਸਤ ਚੇਤਨ ਆਨੰਦ ਸਰੂਪ ਹੈ ਕੌਲਾਂ। ਜੋ ਮਿਥਿਆ ਕੋ ਦੇਖ ਲੁਭਾਵੈ। ਇਹ ਜਿਹੜਾ ਸੰਸਾਰ ਹੈ ਨਾ, ਅੱਜ ਦਿਸ ਰਿਹਾ, ਇਹ ਮਿਥਿਆ ਹੈ। ਜਿਹੜਾ ਮਿਥਿਆ ਨੂੰ ਵੇਖ ਕੇ ਲੁਭਾਇਮਾਨ ਹੋ ਜਾਂਦਾ ਹੈ, ਅੰਤ ਕਾਲ ਵਿਛੜੇ ਦੁਖ ਪਾਵੈ। ਉਹ ਅੰਤ ਕਾਲ ਉਹਨੂੰ ਵਿਛੋੜਾ ਹੋਣਾ ਹੀ ਹੋਣਾ। ਹੁਣ ਝੂਠ ਨੇ ਤਾਂ ਰਹਿਣਾ ਨਹੀਂ। ਝੂਠ ਨੇ ਤਾਂ ਇੱਕ ਦਿਨ ਖਤਮ ਹੋਣਾ, ਤੇ ਫਿਰ ਪਛਤਾਣਾ ਪੈਂਦਾ ਵੀ ਹਾਂ ਮੈਂ ਕਿਹਦੇ ਨਾਲ ਮੋਹ ਪਾ ਬੈਠਾ, ਇਹ ਤਾਂ ਖਤਮ ਹੋ ਗਿਆ। ਜਿਹੜੀਆਂ ਚੀਜ਼ਾਂ ਦਾ ਅਸੀਂ ਮੋਹ ਪਾਇਆ ਹੋਇਆ, ਸਾਧ ਸੰਗਤ ਜੀ, ਇੱਕ ਦਿਨ ਉਹ ਬਿਨਸ ਜਾਣੀਆਂ ਹਨ, ਖਤਮ ਹੋ ਜਾਣੀਆਂ ਹਨ। ਹਾਂਜੀ, ਸੱਚ ਕੋ ਲੱਗੈ ਸੋ ਵਿਛੜੇ ਨਾਹੀ। ਜਿਹੜੇ ਸੱਚ ਨਾਲ ਜੁੜੇ ਹੋਏ ਨੇ ਉਹ ਵਿਛੜਦੇ ਨਹੀਂ। ਜਿਹੜੇ ਸੱਚ ਨਾਲ ਲੱਗੇ ਨੇ, ਸੱਚ ਨਾਲ ਪ੍ਰੇਮ ਪਾ ਲਿਆ, ਉਹ ਕਦੀ ਵਿਛੜਦੇ ਨਹੀਂ, ਕਿਉਂਕਿ ਸੱਚ ਕਦੀ ਵਿਛੜਦਾ ਹੀ ਨਹੀਂ।
ਸੱਚ ਤਾਂ ਸਦਾ ਹੀ ਪ੍ਰਕਾਸ਼ ਰੂਪ ਹੈ। ਜਿਸ ਕੋ ਆਵਨ ਜਾਨ ਨਾ ਕਾਹੀ, ਉਸ ਆਤਮਾ ਨੂੰ ਨਾ ਆਉਣਾ ਹੈ ਨਾ ਜਾਣਾ ਹੈ। ਇਸਤਰੀ ਪੁਰਖ ਕਲੀਵ ਨਾ ਹੋਈ। ਉਹ ਜਿਹੜੀ ਆਤਮਾ ਹੈ ਨਾ, ਉਹ ਨਾ ਇਸਤਰੀ ਹੈ ਨਾ ਪੁਰਸ਼ ਹੈ ਤੇ ਨਾ ਖੁਸਰਾ ਹੈ। ਕਲੀਬ ਖੁਸਰੇ ਨੂੰ ਕਹਿੰਦੇ। ਬਾਣੀ 'ਚ ਪੰਕਤੀ ਆਈ ਹੈ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਕਵੀ ਜੀ ਨੇ ਉਹ ਪੰਕਤੀ ਦਾ ਅਰਥ ਇੱਥੇ ਲਿਖਿਆ। ਉਹ ਕਿਹੜੀ ਪੰਕਤੀ ਹੈ? ਨਾਰ ਨਾ ਪੁਰਖ ਨਾ ਪੰਖਣੂ, ਸਾਚੋ ਚਤਰ ਸਰੂਪ। ਆਤਮਾ ਨਾ ਇਸਤਰੀ ਹੈ ਨਾ ਪੁਰਸ਼ ਹੈ ਤੇ ਨਾ ਹੀ ਹੀਜੜਾ ਹੈ। ਕਿਉਂਕਿ ਇਹ ਅਤੀ ਵਿਆਪਤੀ ਦੋਸ਼ ਵਿਦਵਾਨ ਕਹਿੰਦੇ ਨੇ, ਜੇ ਕਹੋ ਵੀ ਉਹ ਪੁਰਸ਼ ਹੈ, ਕਹਿੰਦੇ ਫਿਰ ਉਹ ਇਸਤਰੀ ਨਹੀਂ। ਕਹਿੰਦੇ ਨਹੀਂ, ਇਸਤਰੀ ਵੀ ਹੈ। ਕਹਿੰਦੇ ਜੇ ਇਸਤਰੀ ਪੁਰਸ਼ ਹੈ, ਕਿਆ ਉਹ ਖੁਸਰਾ? ਕਹਿੰਦੇ ਨਹੀਂ, ਨਾ ਉਹ ਹੀਜੜਾ ਹੈ, ਨਾ ਉਹ ਇਸਤਰੀ ਹੈ, ਨਾ ਉਹ ਪੁਰਸ਼ ਹੈ। ਇਹ ਤਾਂ ਸਰੀਰ ਦੇ ਹੀ ਧਰਮ ਨੇ, ਇਸਤਰੀ ਪੁਰਸ਼ ਤੇ ਖੁਸਰਾ। ਆਤਮਾ ਦਾ ਕੋਈ, ਆਤਮਾ ਨਾ ਇਸਤਰੀ ਹੈ ਨਾ ਪੁਰਸ਼ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ, ਨਾ ਦੇਹ ਹੈ ਨਾ ਗੇਹ ਹੈ, ਨਾ ਉਹ ਦੇਹ ਹੈ ਨਾ ਉਹ ਘਰ ਹੈ, ਤੇ ਨਾ ਨਰ ਕੋ ਸਰੂਪ ਹੈ ਨਾ ਮਨੁੱਖ ਦਾ ਸਰੂਪ ਹੈ। ਇਸਤਰੀ ਹੈ ਨਾ ਨਰ ਹੈ, ਨਾ ਇਸਤਰੀ ਹੈ ਨਾ ਪੁਰਸ਼ ਹੈ। ਹਾਂਜੀ, ਸਤ ਚੇਤਨ ਆਨੰਦ ਮੈਂ ਜੋਈ। ਸਤ ਚੇਤਨ ਆਨੰਦ ਸਰੂਪ ਹੈ ਵਾਹਿਗੁਰੂ ਦਾ। ਉਹ ਤੂੰ ਆਪਣੇ ਆਪ ਨੂੰ ਸਮਝ ਲੈ। ਨਿਜ ਸਰੂਪ ਜਿਨ ਦੀਨ ਬਿਸਾਰੀ। ਜਿਸ ਜੀਵ ਨੇ ਆਪਣੇ ਆਤਮ ਸਰੂਪ ਨੂੰ ਭੁਲਾ ਦਿੱਤਾ ਹੈ, ਆਤਮ ਸਰੂਪ ਨੂੰ ਭੁਲਾ ਕੇ ਜੜ ਵਸਤੂਆਂ ਵਿੱਚ ਪ੍ਰੀਤੀ ਪਾਈ ਹੋਈ ਹੈ, ਦੁਖਦ ਸਦਾ ਤਨ ਹੰਤਾ ਧਾਰੀ। ਉਹਨਾਂ ਨੂੰ ਹਮੇਸ਼ਾ ਹੀ ਦੁੱਖ ਹੋਵੇਗਾ। ਜਿਨ੍ਹਾਂ ਨੇ ਆਪਣੇ ਆਪ ਨੂੰ ਸਰੀਰ ਸਮਝਿਆ, ਉਹ ਹਮੇਸ਼ਾ ਦੁਖੀ ਹੋਣਗੇ। ਇਹਦੇ 'ਚ ਕੋਈ ਸ਼ੰਕਾ ਨਹੀਂ ਹੈ। ਸੇ ਨਰ ਜਨਮ ਮਰਨ ਕੋ ਧਾਰੈ। ਉਹ ਬੰਦੇ ਜਨਮ ਮਰਨ 'ਚ ਪਏ ਰਹਿਣਗੇ, ਜੰਮਦੇ ਰਹਿਣਗੇ, ਮਰਦੇ ਰਹਿਣਗੇ। ਉਹ ਦੁਖੀ ਹੋਣਗੇ ਜਿਹੜੇ ਆਪਣੇ ਆਪ ਨੂੰ ਆਤਮਾ ਨਾ ਸਮਝ ਕੇ ਸਰੀਰ ਸਮਝਣਗੇ। ਸਹਿ ਸੀਸ ਯਮ ਦੰਡ ਕਰਾਰੈ। ਉਹਨਾਂ ਨੂੰ ਜਮਾਂ ਦੇ ਡੰਡੇ ਖਾਣੇ ਪੈਣਗੇ। ਉਹਨਾਂ ਦੇ ਸਿਰ ਤੇ ਜਮਾਂ ਦਾ ਡੰਡਾ ਪਏਗਾ। ਜੰਮਣਾ ਮਰਨਾ, ਆਉਣਾ ਜਾਣਾ, ਨਰਕ ਸੁਰਗ, ਗੋਤੇ ਖਾਹੇ ਨਾ ਨਿਕਲੈ। ਗੋਤੇ ਖਾਈ ਜਾਣਗੇ, ਕਦੀ ਭਵ ਸਾਗਰ 'ਚੋਂ ਨਿਕਲ ਨਹੀਂ ਸਕਣਗੇ। ਜਾਂ ਤੇ ਨਿਜ ਸਰੂਪ ਬ੍ਰਿਤ ਜੋਰ। ਹੇ ਕੌਲਾਂ, ਇਸ ਕਰਕੇ ਆਪਣੀ ਬਿਰਤੀ ਨੂੰ ਬਾਹਰ ਮੁਖੀ ਨਾ ਕਰ ਤੇ ਅੰਤਰਮੁਖੀ ਕਰਕੇ ਆਪਣੇ ਸਰੂਪ 'ਚ ਜੋੜ ਲੈ। ਮਿਥਿਆ ਤਨ ਹੰਤਾ ਅਬ ਛੋਰ। ਆਪਣੀ ਦੇਹ ਹੰਤਾ ਛੱਡ ਦੇ। ਤਨ ਹੰਤਾ ਕੇ ਕਾਰਜ ਸਾਰੇ। ਇਹ ਜਿੰਨੇ ਕੰਮ ਨੇ ਨਾ ਸਰੀਰ ਦੀ ਹੰਤਾ ਨਾਲ ਹੁੰਦੇ ਸੰਸਾਰ ਦੇ, ਮੈਂ ਕਰਿਆ, ਮੈਂ ਆਇਆ, ਮੈਂ ਗਿਆ, ਮੈਂ ਜੰਮਿਆ, ਮੈਂ ਮਰਿਆ, ਮੈਂ ਸੁਖੀ, ਮੈਂ ਦੁਖੀ, ਮੈਂ ਹਿੰਦੂ, ਮੈਂ ਮੁਸਲਮਾਨ, ਮੈਂ ਮੋਟਾ, ਮੈਂ ਪਤਲਾ, ਮੈਂ ਗੋਰਾ, ਮੈਂ ਕਾਲਾ, ਇਹ ਮੈਂ ਜੱਟ, ਮੈਂ ਬਾਹਮਣ, ਮੈਂ ਖੱਤਰੀ, ਇਹ ਜਿੰਨਾ ਕੁਝ ਹੈ ਨਾ, ਇਹ ਸਰੀਰ ਦੀ ਹੰਗਤਾ ਹੀ ਹੈ। ਸਰੀਰ ਦੀ ਹੰਗਤਾ ਨਾਸ ਹੋ ਜਾਣੀ ਹੈ। ਆਤਮਾ ਦਾ ਸਰੂਪ ਨਾਸ ਹੋਣਾ ਨਹੀਂ। ਉਹਦੇ ਵਿੱਚ ਆਪਣੀ ਬਿਰਤੀ ਜੋੜ ਲੈ ਕੌਲਾਂ। ਰਾਗ ਦਵੈਖ ਆਦਿਕ ਜੇ ਧਾਰੇ। ਆ ਜਿਹੜੇ ਰਾਗ ਦਵੈਸ਼ ਧਾਰਨ ਕੀਤੇ ਨੇ, ਇਹ ਵੀ ਤਨ ਦੇ ਹੰਤਾ ਕਰਕੇ ਹੀ ਨੇ। ਰਾਗ ਹੁੰਦਾ ਕਿਸੇ ਚੀਜ਼ ਨਾਲ ਅਟੈਚਮੈਂਟ ਹੋਣੀ। ਸਾਨੂੰ ਕੋਈ ਕੱਪੜਾ ਚੰਗਾ ਲੱਗਦਾ, ਅਸੀਂ ਬਾਰ-ਬਾਰ ਪਹਿਨਦੇ ਹਾਂ, ਇਹ ਰਾਗ ਹੈ। ਕੋਈ ਕੱਪੜਾ ਚੰਗਾ ਨਹੀਂ ਲੱਗਦਾ, ਅਸੀਂ ਚੁੱਕ ਕੇ ਪਰੇ ਸੁੱਟਦੇ, ਮੈਨੂੰ ਪਸੰਦ ਨਹੀਂ, ਇਹ ਦਵੈਸ਼ ਹੈ। ਕੋਈ ਖਾਣਾ ਚੰਗਾ ਲੱਗਦਾ, ਅਸੀਂ ਬਾਰ-ਬਾਰ ਖਾਂਦੇ ਹਾਂ, ਇਹ ਰਾਗ ਹੈ। ਕੋਈ ਖਾਣਾ ਨਹੀਂ ਚੰਗਾ ਲੱਗਦਾ, ਥਾਲੀ ਪਰੇ ਕਰ ਦਿੰਦੇ, ਮੈਨੂੰ ਪਸੰਦ ਨਹੀਂ, ਤੇ ਉਹ ਦਵੈਸ਼ ਹੈ। ਕੋਈ ਬੰਦਾ ਸਾਨੂੰ ਚੰਗਾ ਲੱਗਦਾ, ਵੇਖ ਕੇ ਫਤਿਹ ਬੁਲਾਉਂਦੇ ਹਾਂ, ਪਿਆਰ ਨਾਲ ਮਿਲਦੇ ਹਾਂ, ਇਹ ਰਾਗ ਹੈ। ਕੋਈ ਬੰਦਾ ਸਾਨੂੰ ਨਹੀਂ ਚੰਗਾ ਲੱਗਦਾ, ਮੂੰਹ ਪਰੇ ਕਰ ਲੈਂਦੇ ਹਾਂ, ਇਹ ਦਵੈਸ਼ ਹੈ। ਇਹ ਰਾਗ ਦਵੈਸ਼ ਮਤ ਕੇ ਧਰਮ, ਇਹ ਬੁੱਧੀ ਦੇ ਧਰਮ ਹਨ, ਤੇ ਇਹਦੇ ਵਿੱਚ ਸਾਰਾ ਸੰਸਾਰ ਫਸਿਆ ਹੋਇਆ। ਹੇ ਕੌਲਾਂ, ਇਸ ਤੋਂ ਨਿਕਲ ਤੇ ਆਪਣੇ ਆਤਮ ਸਰੂਪ ਦਾ ਚਿੰਤਨ ਕਰ। ਜਬ ਤਨ ਹੰਤਾ ਬਿਨ ਸਹਿ ਨੀਕੇ। ਇਹ ਕੌਲਾਂ, ਜਦੋਂ ਇਹ ਸਰੀਰ ਦਾ ਮੋਹ ਮਿਟ ਜਾਏਗਾ, ਤਨ ਹੰਤਾ ਮਿਟ ਜਾਏਗੀ, ਆਪਣੇ ਆਪ ਨੂੰ ਸਰੀਰ ਨਹੀਂ ਸਮਝੇਗੀ, ਆਪਣੇ ਆਪ ਨੂੰ ਜੋਤ ਸਰੂਪ ਜਾਣੇਗੀ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਆਪਣੇ ਆਪ ਨੂੰ ਆਤਮਾ ਕਰਕੇ ਜਾਣੇਗੀ, ਰਹਿ ਨ ਕੋ ਹੋਇ ਸ਼੍ਰੇ ਸੋ ਜੀ ਕੇ। ਉਸ ਵੇਲੇ ਰਾਗ ਦਵੈਸ਼ ਨਹੀਂ ਰਹੇਗਾ। ਉਸ ਵੇਲੇ ਇਸ ਜੀਵ ਦਾ ਕਲਿਆਣ ਹੋ ਜਾਏਗਾ, ਇਸ ਜੀਵ ਦੀ ਮੁਕਤੀ ਹੋ ਜਾਏਗੀ। ਜਦੋਂ ਇਹ ਆਪਣੇ ਆਪ ਨੂੰ ਬ੍ਰਹਮ ਕਰਕੇ, ਮਨ ਤੂੰ ਜੋਤ ਸਰੂਪ ਹੈ, ਇਹ ਮੇਰੇ ਮਨ
ਤੂੰ ਅਕਾਲ ਪੁਰਖ ਦੀ ਜੋਤ ਹੈ, ਤੂੰ ਜੋਤ ਵਿੱਚ ਆਇਆ, ਜੋਤ ਵਿੱਚ ਹੀ ਰਲਣਾ। ਜਦੋਂ ਇੱਦਾਂ ਜਾਣ ਲਏਗਾ ਤੇ ਫਿਰ ਭਾਈ ਤੂੰ ਮੁਕਤ ਹੋ ਜਾਏਗਾ। ਇਹ ਸੱਚੇ ਪਾਤਸ਼ਾਹ ਮਾਤਾ ਕੌਲਾਂ ਜੀ ਨੂੰ ਉਪਦੇਸ਼ ਦੇ ਰਹੇ ਨੇ। ਜਥਾ ਮੂਲ ਕੋ ਦੇਹ ਉਖਾਰੇ, ਮਹਾਰਾਜ ਕਹਿੰਦੇ ਜਿਵੇਂ ਕਿਸੇ ਦੀ ਜੜ ਪੁੱਟ ਦਈਏ ਨਾ ਦਰਖਤ ਦੀ, ਸੁਖ ਹੈ ਤਰ ਦਲ ਫੂਲ ਸੋ ਡਾਰੇ। ਉਹ ਦਰਖਤ ਸੁੱਕ ਜਾਂਦਾ, ਉਹਦੇ ਪੱਤੇ ਵੀ ਸੁੱਕ ਜਾਂਦੇ, ਉਹਦੇ ਫੁੱਲ ਵੀ ਸੁੱਕ ਜਾਂਦੇ, ਉਹਦੇ ਫਲ ਵੀ, ਉਹਦੀਆਂ ਡਾਲਾਂ ਵੀ ਸੁੱਕ ਜਾਂਦੀਆਂ। ਤਿਮ ਤਨ ਹੰਤਾ ਸੰਗ ਬਿਕਾਰਾ, ਕਹਿੰਦੇ ਸਾਰੇ ਵਿਕਾਰਾਂ ਦੀ ਜੜ ਤਨ ਹੰਤਾ ਹੀ ਹੈ। ਆਪਣੇ ਆਪ ਨੂੰ ਸਰੀਰ ਸਮਝਣਾ, ਮੈਂ ਫਲਾਣਾ ਸਿੰਘ ਹਾਂ ਜੀ, ਮੈਂ ਮੇਰੀ ਜਾਤ ਹੈ ਜੀ, ਮੈਂ ਮੋਟਾ ਹਾਂ ਜੀ, ਮੈਂ ਪਤਲਾ ਹਾਂ ਜੀ, ਮੈਂ ਗੋਰਾ ਹਾਂ ਜੀ, ਮੈਂ ਕਾਲਾ ਹਾਂ ਜੀ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ। ਜਿਹੜਾ ਇੱਦਾਂ ਆਪਣੇ ਆਪ ਨੂੰ ਸਮਝਦਾ ਉਹ ਦੁਖੀ ਹੁੰਦਾ ਹੀ ਰਹੇਗਾ। ਜਿਹੜਾ ਆਪਣੇ ਆਪ ਨੂੰ ਸਮਝੇਗਾ ਵੀ ਸਰੀਰ ਤਾਂ ਮੈਂ ਹੈ ਹੀ ਨਹੀਂ, ਮੈਂ ਤਾਂ ਜੋਤ ਹਾਂ ਅਕਾਲ ਪੁਰਖ ਦੀ, ਉਹਨੂੰ ਫਿਰ ਕੋਈ ਪਰੇਸ਼ਾਨੀ ਨਹੀਂ, ਉਹਦੇ ਸਾਰੇ ਬੰਧਨ ਕੱਟੇ ਜਾਣਗੇ। ਹਾਂਜੀ, ਬਿਨਸਤ ਬਿਨਸਹਿ ਏਕੋ ਬਾਰਾ। ਆਹਾ, ਕਹਿੰਦੇ ਜੇ ਦਰਖਤ ਦੀ ਜੜ ਪੁੱਟ ਦਈਏ ਫਿਰ ਇੱਕੋ ਵਾਰੀ ਪੱਤੇ ਸੁੱਕਣੇ ਨੇ, ਇੱਕੋ ਵਾਰੀ ਫੁੱਲ ਸੁੱਕਣੇ, ਇੱਕੋ ਵਾਰੀਆਂ ਟਾਹਣੀਆਂ ਸੁੱਕਣੀਆਂ, ਇੱਕੋ ਵਾਰੀ ਟਾਹਣ ਸੁੱਕਣੇ। ਜੇ ਆਪਾਂ ਉੱਦਾਂ ਉੱਪਰੋਂ ਟਾਹਣ ਕੱਟੀਏ ਇੱਕ ਟਾਹਣ ਸੁੱਕੇਗਾ, ਇੱਕ ਪੱਤਾ ਤੋੜੀਏ ਉਹ ਪੱਤਾ ਸੁੱਕੇਗਾ, ਤੇ ਜੇ ਜੜ ਪੁੱਟੀਏ ਫਿਰ ਸਾਰਾ ਦਰਖਤ ਸੁੱਕੇਗਾ। ਕਹਿੰਦੇ ਜਿਹੜਾ ਜਨਮ ਮਰਨ ਦਾ ਦੁੱਖਾਂ ਦਾ ਮੂਲ ਕਾਰਨ ਹੈ ਉਹ ਹੰਕਾਰ ਹੀ ਹੈ। ਮੈਂ ਸਰੀਰ ਹਾਂ, ਮੈਂ ਫਲਾਣਾ ਸਿੰਘ ਹਾਂ, ਮੈਂ ਫਲਾਣਾ ਬੰਦਾ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ। ਇਹ ਜਿਹੜਾ ਆਪਣੇ ਆਪ ਨੂੰ ਸਮਝੀ ਬੈਠਾ, ਸਰੀਰ ਸਮਝੀ ਬੈਠਾ, ਇਹੀ ਤਾਂ ਦੁੱਖਾਂ ਦਾ ਕਾਰਨ ਹੈ। ਜਦੋਂ ਆਪਣੇ ਆਪ ਨੂੰ ਦੁੱਖਾਂ ਤੋਂ ਆਪਣੇ ਹਉਮੈ ਨੂੰ ਛੱਡੇਗਾ ਫਿਰ ਇਹਦੇ ਸਾਰੇ ਦੁੱਖ, ਖਾਸ ਕਰਕੇ ਸਭ ਤੋਂ ਵੱਡਾ ਦੁੱਖ ਜੰਮਣ ਮਰਨ ਦਾ, ਉਹ ਕੱਟਿਆ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਮਾਤਾ ਕੌਲਾਂ ਜੀ ਨੂੰ ਉਪਦੇਸ਼ ਦੇ ਰਹੇ ਨੇ। ਇਮ ਕਹਿ ਕਿਰਪਾ ਦ੍ਰਿਸ਼ਟ ਗੁਰ ਹੇਰੀ, ਇਹਦਾ ਆਤਮਾ ਦਾ ਗਿਆਨ ਦਿੱਤਾ। ਤੂੰ ਆਪਣੇ ਆਪ ਨੂੰ ਆਤਮਾ ਸਮਝ, ਆਪਣੇ ਆਪ ਨੂੰ ਪਰਮਾਤਮਾ ਸਮਝ, ਕਿਉਂਕਿ ਆਤਮਾ ਪਰਮਾਤਮਾ ਦੋ ਨਹੀਂ ਹਨ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਹਰੈ। ਸੋ ਹੰਗ ਸੋ ਜਾਕੋ ਹੈ ਜਾਪ, ਨਹੀਂ ਲੇਪ ਤਿਸ ਪੁੰਨ ਅਰ ਪਾਪ। ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾਂ ਕੋ ਕਹਿਤਾ ਔਰ। ਉਹ ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਕੌਲਾਂ ਜੀ ਦੀ ਬਣਾ ਦਿੱਤੀ ਹੈ। ਦੂਰ ਕਰੀ ਤਨ ਹੰਤਾ ਬੇਰੀ, ਆ ਜਿਹੜੀ ਬੇੜੀ ਪਈ ਹੋਈ ਸੀ, ਬੰਧਨ ਪਏ ਹੋਏ ਸੀ ਦੇਹ ਅਧਿਆਸ ਦੇ, ਉਹ ਮਿਟ ਗਏ। ਸਰੀਰ ਦੀ ਹੰਗਤਾ ਮਿਟ ਗਈ। ਆਪਣੇ ਆਪ ਨੂੰ ਹੁਣ ਮਾਤਾ ਜੀ ਸਰੀਰ ਨਹੀਂ ਸਮਝਦੇ, ਆਪਣੇ ਆਪ ਨੂੰ ਜੋਤ ਸਰੂਪ ਜਾਣ ਲਿਆ ਹੈ। ਉਰ ਮਹਿ ਬ੍ਰਿਤ ਟਿਕੀ ਸੁਖ ਪਾਵਾ, ਧੰਨ ਮਾਤਾ ਕੌਲਾਂ ਜੀ ਦੀ ਬਿਰਤੀ ਅੰਤਰਮੁਖੀ ਹੋ ਗਈ, ਅੰਤਰ ਧਿਆਨ ਟਿਕ ਗਿਆ ਤੇ ਬਾਹਰ ਦਾ ਸੰਸਾਰ ਦਾ ਪਸਾਰਾ ਸਾਰਾ ਹੀ ਸਮਾਪਤ ਹੋ ਗਿਆ। ਤਤ ਛਿਨ ਨਿਜ ਸਰੂਪ ਦਰਸਾਵਾ, ਮਹਾਰਾਜ ਸਾਹਿਬ ਜੀ ਦੇ ਬਚਨਾਂ ਨਾਲ ਆਤਮ ਸਰੂਪ ਦੇ ਦਰਸ਼ਨ ਹੋ ਗਏ। ਗੁਰੂ ਕਿਰਪਾ ਤੇ ਭਾ ਬ੍ਰਹਮ ਗਿਆਨ, ਸਾਧ ਸੰਗਤ ਜੀ ਗੁਰੂ ਦੀ ਕਿਰਪਾ ਤੋਂ ਬਿਨਾਂ ਬ੍ਰਹਮ ਗਿਆਨ ਨਹੀਂ ਹੁੰਦਾ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜਿੰਨਾ ਮਰਜ਼ੀ ਬਾਹਰ ਲਾਈਟਾਂ ਜਗਦੀਆਂ ਹੋਣ, ਅੰਦਰ ਹਨੇਰਾ ਹੀ ਹੈ। ਗੁਰੂ ਕਿਰਪਾ ਨਾਲ ਅੰਦਰ ਰੋਸ਼ਨੀ ਹੁੰਦੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕੀਤੀ, ਮਾਤਾ ਕੌਲਾਂ ਜੀ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਹੈ। ਲੇਸ਼ ਨਾ ਰਾਗ ਦ્વੈਸ਼ ਮਦਮਾਨ, ਹੁਣ ਰਾਗ ਦਵੈਸ਼ ਦਾ ਲੇਸ਼ ਨਹੀਂ ਰਿਹਾ, ਨਾ ਰਾਗ ਰਹਿ ਗਿਆ ਨਾ ਦਵੈਸ਼। ਰਾਗ ਹੁੰਦਾ ਲਗਾਓ, ਅਟੈਚਮੈਂਟ। ਦਵੈਸ਼ ਹੁੰਦੀ ਹੈ ਕਿਸੇ ਨਾਲ ਵੀ ਇਹ ਚੰਗਾ ਨਹੀਂ, ਇਹ ਠੀਕ ਨਹੀਂ, ਇਹ ਮੈਂ ਨਹੀਂ। ਜਿਵੇਂ ਬਿਮਾਰੀ ਲੱਗੀ ਹੋਈ ਉਹ ਵੀ ਮਾੜੀ ਲੱਗਦੀ ਹੈ। ਸੁੱਖ ਚੰਗਾ ਲੱਗਦਾ, ਦੁੱਖ ਮਾੜਾ ਲੱਗਦਾ। ਮਾਤਾ ਜੀ ਨੂੰ ਹੁਣ ਦੁੱਖ ਸੁੱਖ ਬਰਾਬਰ ਹੋ ਗਏ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਇਸ ਤਰ੍ਹਾਂ ਦੀ ਅਵਸਥਾ ਮਾਤਾ ਕੌਲਾਂ ਜੀ ਦੀ ਹੋ ਗਈ ਹੈ। ਲੱਗੀ ਵਿਚਾਰਨ ਜਗ ਕਿਆ ਭਇਓ, ਆਹਾ, ਹੁਣ ਵਿਚਾਰ ਹੋਈ ਹੈ। ਇਹ ਵਿਚਾਰ ਦੀ ਖੇਡ ਹੈ ਸਾਧ ਸੰਗਤ ਜੀ। ਵਿਚਾਰਾਂ ਉਹ ਨਹੀਂ ਜਿਹੜੀਆਂ ਸੰਸਾਰੀ ਲੋਕ ਕਰਦੇ, ਅਸੀਂ ਕਰਦੇ, ਉਹ ਨਹੀਂ। ਇਹ ਅਸਲ ਵਿਚਾਰ ਹੈ, ਤੱਤ ਵਿਚਾਰ ਹੈ। ਜਿਹੜੀ ਗੁਰਬਾਣੀ ਚਾਹੁੰਦੀ ਨਾ ਵਿਚਾਰ ਜਾਂ ਗਿਆਨ, ਅੱਜ ਕੱਲ੍ਹ ਕਈ ਲੋਕ ਉਹਦਾ ਅਰਥ ਆਪਣੇ ਹਿਸਾਬ ਨਾਲ ਕਰੀ ਜਾਂਦੇ। ਉਹ ਗਿਆਨ ਦੀ ਗੱਲ ਨਹੀਂ ਜਿਹੜਾ ਆਪਾਂ ਕਰਦੇ ਹਾਂ। ਨੌਲੇਜ ਨੂੰ ਗਿਆਨ ਨਹੀਂ ਕਹਿੰਦੇ, ਇਹ ਅਨੁਭਵ ਨੂੰ ਗਿਆਨ ਕਹਿੰਦੇ ਆ।
ਨੌਲੇਜ ਬਾਹਰੋਂ ਇਕੱਠੀ ਕੀਤੀ ਜਾਂਦੀ, ਕਿਤਾਬਾਂ 'ਚੋਂ ਨੌਲੇਜ ਲੈ ਸਕਦੇ ਹੋ, ਇੰਟਰਨੈਟ ਤੋਂ ਨੌਲੇਜ ਲੈ ਸਕਦੇ ਹੋ, ਕਿਸੇ ਬੰਦੇ ਦਾ ਲੈਕਚਰ ਸੁਣ ਕੇ ਨੌਲੇਜ ਲੈ ਸਕਦੇ ਹੋ, ਕਿਸੇ ਦੀ ਕਿਤਾਬ ਪੜ੍ਹ ਕੇ, ਕੋਈ ਕਿਸੇ ਤਰ੍ਹਾਂ ਕੋਈ ਟੀਵੀ ਤੋਂ ਇਨਫੋਰਮੇਸ਼ਨ ਲੈ ਕੇ ਤੁਸੀਂ ਨੌਲੇਜ ਲੈ ਸਕਦੇ ਹੋ, ਪਰ ਅਨੁਭਵ ਨਹੀਂ ਲੈ ਸਕਦੇ। ਅਨੁਭਵ ਉਦੋਂ ਹੁੰਦਾ ਜਦੋਂ ਗੁਰੂ ਸਿਰ 'ਤੇ ਹੱਥ ਰੱਖਦਾ। ਕਲਗੀਧਰ ਪਾਤਸ਼ਾਹ ਕਹਿੰਦੇ, ਜਿਸ ਕੈ ਮਸਤਕ ਗੁਰ ਹਾਥ ਧਰਿਓ ਵੈ ਜਾਣਤ ਹੈ ਸਭ ਕੇ ਘਟ ਕੀ, ਕਿ ਅੰਤਰ ਗਿਆਨ ਪ੍ਰਗਾਸ਼ ਪਇਓ ਹੈ। ਤੇ ਫੂਟ ਗਈ ਭਰਮ ਕੀ ਮਟਕੀ, ਭਰਮ ਦੀ ਮਟਕੀ ਟੁੱਟ ਜਾਂਦੀ ਹੈ, ਅੰਦਰ ਕਰੋੜਾਂ ਸੂਰਜ ਚੜ੍ਹ ਜਾਂਦੇ ਆ, ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ। ਮਾਤਾ ਕੌਲਾਂ ਜੀ ਦੇ ਅੰਦਰ ਉਹ ਪ੍ਰਕਾਸ਼ ਹੋ ਗਿਆ, ਉਹ ਅਨੁਭਵ ਹੋ ਗਿਆ। ਆਤਮ ਸਰੂਪ ਪਰਮਾਤਮ ਸਰੂਪ ਇੱਕ ਕਰਕੇ ਆਤਮ ਚੀਨ ਪਰਾਤਮ ਛੀਨਿਓ, ਆਤਮਾ ਨੂੰ ਦੇਖ ਕੇ ਪਰਮਾਤਮਾ ਦਿਖਿਆ। ਕਦੀ ਵੀ ਕਿਸੇ ਨੂੰ ਆਤਮਾ ਦੇ ਦਰਸ਼ਨਾਂ ਤੋਂ ਬਿਨਾਂ ਪਰਮਾਤਮਾ ਦਿਸਿਆ ਹੋਵੇ, ਹੋ ਹੀ ਨਹੀਂ ਸਕਦਾ। ਦੂਜਾ ਕੋਈ ਰਸਤਾ ਹੀ ਨਹੀਂ, ਇੱਕੋ ਹੀ ਰਸਤਾ ਹੈ। ਆਤਮ ਦਰਸ਼ਨ ਕਰੋਗੇ, ਪਰਮਾਤਮ ਦਰਸ਼ਨ ਹੋਣਗੇ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਮਾਤਾ ਕੌਲਾਂ ਜੀ ਨੂੰ ਆਤਮ ਪ੍ਰਾਤਮ ਇੱਕ ਰੂਪ ਹੋ ਕੇ ਪ੍ਰਕਾਸ਼ ਹੋ ਗਿਆ। ਹਾਂਜੀ, ਮਨ ਨੇ ਕਲਪ ਬ੍ਰਹਮ ਮਹਿ ਲਹਿਓ, ਆਪਣੇ ਆਪ ਦੇ ਵਿੱਚ ਬ੍ਰਹਮ ਤੇ ਬ੍ਰਹਮ ਦੇ ਵਿੱਚ ਆਪ, ਆਪੈ ਆਪ ਖਾਏ ਹਉ ਮੇਟੈ, ਅਣ ਦਿਨ ਹਰ ਰਸ ਗੀਤ ਗਵਈਆ, ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ, ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨ ਪਲ ਰਹਿ ਨ ਸਕਉ ਬਿਨ ਨਾਮੈ, ਗੁਰਮੁਖ ਹਰ ਹਰ ਪਾਠ ਪੜ੍ਹਈਆ। ਅੰਦਰ ਦੀ ਇੱਕ ਕਲਾ ਵਰਤ ਗਈ। ਧੰਨ ਮਾਤਾ ਜੀ ਦੀ ਅਵਸਥਾ ਕਿੱਥੇ ਪਹੁੰਚੀ ਹੈ? ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤ ਜੋਤ ਆਤਮਾ ਤੇ ਜੋਤ ਪਰਮਾਤਮਾ, ਜੋਤ ਜੋਤ ਇੱਕ ਹੋ ਗਈ, ਜਿਉਂ ਜੋਤੀ ਸੰਗ ਜੋਤ ਸਮਾਨਾ। ਹਾਂਜੀ, ਜਥਾ ਰਜੂ ਮਹਿ ਇਹ ਕੋ ਜਾਨ। ਹਾਂ, ਜਿਵੇਂ ਸਾਧ ਸੰਗਤ ਜੀ ਰੱਸੀ 'ਚ ਸੱਪ ਕਲਪ ਲਿਆ, ਆਪਣੀ ਹਾਲਤ ਹੈ ਜੀਵਾਂ ਦੀ। ਰੱਸੀ 'ਚ ਸੱਪ ਤਾਂ ਨਹੀਂ ਹੁੰਦਾ ਕਦੀ ਰੱਸੀ ਨੇ ਡੰਗ ਮਾਰਿਆ ਕਿਸੇ ਨੂੰ, ਪਰ ਆਪਾਂ ਨੂੰ ਵੀ, ਆਪਣੇ ਦਾਦਾ ਜੀ ਨੂੰ ਵੀ, ਆਪਣੇ ਪੜਦਾਦਾ ਜੀ ਨੂੰ ਵੀ, ਆਪਣੇ ਪੜਦਾਦਾ ਜੀ ਦੇ ਪੜਦਾਦਾ ਜੀ ਨੂੰ ਵੀ, ਜਦੋਂ ਦੀ ਦੁਨੀਆ ਬਣੀ ਭੁਲੇਖਾ ਪੈਂਦਾ ਆ ਰਿਹਾ, ਰੱਸੀ 'ਚ ਸੱਪ ਦਿਸਦਾ। ਆਪਾਂ ਨੂੰ ਬਹੁਤਿਆਂ ਨੂੰ ਦਿਖਿਆ ਹੋਣਾ। ਸਵੇਰੇ 5 ਵਜੇ ਦਾ ਟਾਈਮ ਹੋਵੇ, ਹਨੇਰਾ ਜਿਹਾ ਹੋਵੇ, ਤੇ ਆਪਣੇ ਦਰਵਾਜ਼ੇ 'ਚ ਬਾਹਰਲੇ ਪਾਸੇ ਰੱਸੀ ਪਈ, ਆਪਾਂ ਬੂਹਾ ਨਹੀਂ ਖੋਲ੍ਹਦੇ ਹੈ। ਸੱਪ ਜਿੰਨਾ ਚਿਰ ਟਾਰਚ ਬੈਟਰੀ ਜਗਾ ਕੇ, ਬਲਬ ਜਗਾ ਕੇ ਦੇਖ ਨਹੀਂ ਲੈਂਦੇ, ਉਹ ਭਰਮ ਨਿਰਵਿਰਤ ਨਹੀਂ ਹੁੰਦਾ। ਤੇ ਜਦੋਂ ਰੱਸੀ ਸਾਫ਼ ਕਲੀਅਰ ਦਿਸ ਜਾਵੇ, ਸੱਪ ਦਾ ਡਰ ਖਤਮ ਹੋ ਜਾਂਦਾ। ਹਾਂਜੀ, ਡਰਪਤ ਭਾਜਤ ਕੰਪਾ ਠਾਨ। ਜਿਵੇਂ ਰੱਸੀ 'ਚ ਸੱਪ ਦੀ ਕਲਪਨਾ ਕਰਕੇ ਬੰਦਾ ਡਰਦਾ, ਭੱਜਦਾ, ਦੌੜਦਾ, ਕੰਬਣੀ ਛਿੜਦੀ। ਸੱਪ ਦਾ ਇਹੋ ਜਿਹਾ ਪ੍ਰਭਾਵ ਹੁੰਦਾ ਵੀ ਚੰਗੇ ਭਲੇ ਨੂੰ ਇੱਕਦਮ ਤਾਂ ਦਿਮਾਗ 'ਤੇ ਐਸੀ ਸੱਟ ਵੱਜਦੀ ਹੈ, ਕੰਬਣੀ ਛਿੜ ਜਾਂਦੀ ਹੈ। ਉਹ ਹੁੰਦੀ ਤਾਂ ਰੱਸੀ ਹੈ, ਪਰ ਰੱਸੀ 'ਚ ਸੱਪ ਦੀ ਕਲਪਨਾ ਕਰਕੇ, ਰੱਸੀ ਵਿੱਚ ਸੱਪ ਦੀ ਕਲਪਨਾ ਕਰਕੇ ਬੰਦਾ ਡਰ ਜਾਂਦਾ। ਹਾਂਜੀ, ਤਥਾ ਭ੍ਰਾਂਤ ਨੇ ਲੋਕ ਭਰਮਾਏ। ਆਹਾ, ਇੱਦਾਂ ਹੀ ਆ ਸਾਰੀ ਦੁਨੀਆ। ਆਪਾਂ ਰੱਸੀ ਦੇ ਵਿੱਚ ਸੱਪ ਦੀ ਕਲਪਨਾ ਕਰੀ ਬੈਠੇ ਹਾਂ। ਰੱਸੀ ਪਰਮਾਤਮਾ ਹੈ ਤੇ ਸੱਪ ਆ ਦੁਨੀਆ ਹੈ। ਸਾਨੂੰ ਰੱਸੀ ਦੇ ਵਿੱਚ ਸੱਪ ਦਿਸ ਹੈ ਤਾਂ ਰੱਸੀ, ਜੇ ਰੱਸੀ ਨਾ ਹੋਵੇ ਫਿਰ ਸੱਪ ਦਾ ਭੁਲੇਖਾ ਵੀ ਨਹੀਂ ਪੈਂਦਾ। ਇਹ ਵੀ ਗੱਲ ਯਾਦ ਰੱਖਣਾ, ਜੇ ਵਾਹਿਗੁਰੂ ਨਾ ਹੋਵੇ ਤੇ ਸੰਸਾਰ ਵੀ ਨਹੀਂ ਦਿਸਦਾ। ਵਾਹਿਗੁਰੂ ਹੈ ਤੇ ਸੰਸਾਰ ਦਿਸ ਰਿਹਾ, ਜੇ ਉਹ ਨਾ ਹੋਵੇ, ਰੱਸੀ ਨਾ ਹੋਵੇ। ਹੁਣ ਇੱਥੇ ਰੱਸੀ ਕੋਈ ਨਹੀਂ, ਆਪਾਂ ਨੂੰ ਸੱਪ ਦਾ ਭੁਲੇਖਾ ਨਹੀਂ ਪੈ ਰਿਹਾ। ਰੱਸੀ ਹੋਵੇਗੀ ਤੇ ਸੱਪ ਦਾ ਭੁਲੇਖਾ ਪਵੇਗਾ। ਤਾਂ ਉਹ ਕਹਿੰਦੇ ਸੰਸਾਰ ਭਰਮਿਆ ਹੋਇਆ ਹੈ, ਰੱਸੀ ਦੇ ਵਿੱਚ ਸੱਪ ਦੀ ਕਲਪਨਾ ਕੀਤੀ ਹੋਈ ਹੈ। ਅਨਹੋਵਤ ਕਲਪਿਓ ਦੁਖ ਪਾਏ। ਅਣਹੋਂਦ ਦੀ ਕਲਪਨਾ ਕਰ ਲਈ, ਦੁਖੀ ਹੋ ਜਾ, ਬਿਨਾਂ ਮਤਲਬ ਦੇ ਹੀ, ਹੈ ਕੁਛ ਨਹੀਂ ਪਰ ਕਲਪਨਾ ਕੀਤੀ ਹੋਈ ਹੈ। ਇਤਿਆਦਿਕ ਉਰ ਭਇਓ ਵਿਚਾਰ। ਇਸ ਤਰ੍ਹਾਂ ਦੀ ਵਿਚਾਰ ਮਾਤਾ ਕੌਲਾਂ ਜੀ ਨੂੰ ਪ੍ਰਗਟ ਹੋ ਗਈ। ਠਹਿਰ ਗਈ ਬ੍ਰਿਤ ਬ੍ਰਹਮ ਬਜ਼ਾਰ। ਹੁਣ ਬਿਰਤੀ ਬ੍ਰਹਮ ਦੇ ਵਿੱਚ ਟਿਕ ਗਈ। ਲੱਗੀ ਸਮਾਧ ਗਿਆਨ ਨਿਵਾਰੀ। ਕਹਿੰਦੇ ਅਗਿਆਨ ਦੂਰ ਹੋ ਗਿਆ ਤੇ ਸਮਾਧੀ ਲੱਗ ਗਈ, ਧਿਆਨ ਜੁੜ ਗਿਆ। ਸਕਲ ਅਵਿਦਿਆ ਦੂਰ ਬਿਦਾਰੀ। ਅਵਿਦਿਆ, ਅਗਿਆਨਤਾ, ਅਸਿਮਤਾ ਆਦਿਕ ਸਾਰੇ ਪੰਜੇ ਕਲੇਸ਼ ਦੂਰ ਹੋ ਗਏ। ਦੋਹਰਾ ਜਿਮ ਮਦ ਉਤਰੇ ਹੋਤ ਸੁਧ। ਜਿਵੇਂ ਕਿਸੇ ਬੰਦੇ ਨੂੰ ਸ਼ਰਾਬ ਜਾਂ ਭੰਗ ਚੜੀ ਹੋਵੇ, ਉਹਨੂੰ ਪਤਾ ਨਹੀਂ ਲੱਗਦਾ ਵੀ ਮੇਰੇ ਨਾਲ ਕੀ ਹੋ ਰਿਹਾ। ਜਦੋਂ ਉਹ ਨਸ਼ਾ ਉਤਰ ਜਾਂਦਾ ਹੈ, ਭਾਵੇਂ ਉਹ ਕਿ ਕੋਈ ਵੀ ਸ਼ਰਾਬ ਦਾ ਨਸ਼ਾ, ਭਾਵੇਂ ਉਹ ਭੰਗ ਦਾ ਨਸ਼ਾ, ਕਿਸੇ ਹੋਰ ਤਰ੍ਹਾਂ ਦਾ ਨਸ਼ਾ ਉਤਰ ਜਾਂਦਾ, ਜਦੋਂ ਉਹਨੂੰ ਆਪਣੇ ਆਪ ਦੀ, ਆਪਣੇ ਸਰੀਰ ਦੀ ਸਮਝ ਆ ਜਾਂਦੀ ਹੈ।
ਤਿਮ ਅਗਿਆਨ ਨਿਵਾਰ। ਮਾਤਾ ਕੌਲਾਂ ਦੇ ਅਗਿਆਨ ਦਾ ਨਸ਼ਾ ਉਤਾਰ ਦਿੱਤਾ। ਅਗਿਆਨ ਦਾ ਨਸ਼ਾ ਚੜਿਆ ਸਾਨੂੰ ਸਾਰਿਆਂ ਨੂੰ, ਸਾਰੀ ਦੁਨੀਆ ਹੀ ਆਪਣੇ ਸਰੂਪ ਨੂੰ ਭੁੱਲੀ ਬੈਠੀ ਹੈ। ਹਾਂਜੀ, ਜਾਣਿਓ ਆਪਨ ਸਰੂਪ ਕੋ। ਆਪਣਾ ਸਰੂਪ ਮਾਤਾ ਕੌਲਾਂ ਨੇ ਜਾਣ ਲਿਆ, ਮੈਂ ਕੌਣ ਹਾਂ। ਹਾਂਜੀ, ਅਦਭੁਤ ਹਿਰਦੈ ਨਿਹਾਰ। ਅਦਭੁਤ ਸਰੂਪ ਆਤਮ ਸਰੂਪ ਵੇਖ ਲਿਆ, ਪਰਮੇਸ਼ਰ ਆਪਣੇ ਅੰਦਰ ਹੀ ਦੇਖ ਲਿਆ। ਚੌਪਈ ਇੱਕ ਘਟਕਾ ਲਗਬਾਕ ਸੁਨਾਏ। ਇੱਕ ਘੜੀ ਲਗਭਗ ਮਾਤਾ ਕੌਲਾਂ ਜੀ ਗੁਰੂ ਸਾਹਿਬ ਤੋਂ ਬਚਨ ਸੁਣਦੇ ਰਹੇ, ਗੁਰੂ ਸਾਹਿਬ ਸੁਣਾਉਂਦੇ ਰਹੇ। ਸਤਿਗੁਰ ਗਿਆਨ ਦਿਓ ਭ੍ਰਮ ਜਾਏ। ਇੱਕ ਘੜੀ ਦੇ ਵਿੱਚ ਮਹਾਰਾਜ ਨੇ ਬ੍ਰਹਮ ਗਿਆਨ ਦੇ ਕੇ ਮਾਤਾ ਜੀ ਦਾ ਭਰਮ ਦੂਰ ਕਰ ਦਿੱਤਾ। ਮੁਦਰਿਤ ਨੈਣ ਸਰੂਪ ਵਿਚਾਰਿਓ। ਸਾਧ ਸੰਗਤ ਜੀ ਅੱਖਾਂ ਬੰਦ ਨੇ ਤੇ ਆਪਣੇ ਆਪ ਨੂੰ ਦੇਖ ਰਹੀ ਹੈ, ਆਪਣੇ ਸਰੂਪ ਨੂੰ, ਆਪਣੀ ਆਤਮਾ ਨੂੰ ਦੇਖ ਰਹੀ ਹੈ। ਧਿਆਨ ਮਗਨ ਹੋ ਗਈ ਮਾਤਾ। ਦ્વੈ ਘਟਕਾ ਲਗ ਆਨੰਦ ਧਰਿਓ। 2 ਘੜੀਆਂ ਬੜੇ ਆਨੰਦ ਵਿੱਚ ਬੀਤ ਗਈਆਂ। ਪੁਨ ਪ੍ਰੀਤਮ ਕੋ ਹੇਰਨ ਲਾਗੀ। ਜਦੋਂ ਬਿਰਤੀ ਪੂਰੀ ਟਿਕ ਗਈ ਫਿਰ ਅੱਖਾਂ ਖੋਲੀਆਂ, ਸਾਹਮਣੇ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ। ਫਿਰ ਦੇਖਣ ਲੱਗੀ ਮਹਾਰਾਜ ਦੇ ਚਰਨ ਕਮਲਾਂ ਵੱਲ। ਧੰਨ ਧੰਨ ਗੁਰ ਮੈਂ ਬੜ ਭਾਗੀ। ਕਹਿਣ ਲੱਗੀ ਧੰਨ ਸਤਿਗੁਰੂ, ਧੰਨ ਹੋ, ਮੈਂ ਵੱਡੇ ਭਾਗਾਂ ਵਾਲੀ ਹਾਂ ਜਿਨ੍ਹਾਂ ਨੂੰ ਐਸੇ ਸਤਿਗੁਰੂ ਮਿਲ ਗਏ ਹਨ। ਜਿਸ ਪਦ ਹੇਤ ਜਤੀ ਬ੍ਰਹਮਚਾਰੀ। ਜਿਸ ਪਦਵੀ ਨੂੰ ਪ੍ਰਾਪਤ ਕਰਨ ਲਈ ਬੜੇ ਬੜੇ ਜਤੀ, ਬੜੇ ਬੜੇ ਬ੍ਰਹਮਚਾਰੀ, ਰਿਸ਼ੀ ਮੁਨੀ, ਅਵਤਾਰ, ਪੈਗੰਬਰ ਜਪ ਤਪ ਕਰਦੇ ਹਨ। ਜੋਗੀ ਆਦ ਕਸ਼ਟ ਬਹੁਤ ਹਾਰੀ। ਬੜੇ ਬੜੇ ਜੋਗੀ ਤਪੱਸਿਆ ਕਸ਼ਟ ਸਾਧਦੇ ਹਨ। ਸੋ ਮੁਕ ਹੋ ਛਿਨ ਮਹਿ ਦਰਸਾਇਓ। ਉਹ ਆਤਮ ਸਰੂਪ ਛਿਨ ਵਿੱਚ ਹੀ ਤੁਸੀਂ ਮੈਨੂੰ ਦਰਸ਼ਨ ਕਰਾ ਦਿੱਤੇ। ਮਹਾਰਾਜ ਤੁਸੀਂ ਬੜੇ ਮਹਾਨ ਹੋ ਸਤਿਗੁਰੂ ਜੀ, ਬੜੇ ਦਿਆਲੂ ਹੋ ਸਤਿਗੁਰੂ ਜੀ। ਹਾਂਜੀ, ਹਉਮੈ ਦੀਰਘ ਰੋਗ ਮਿਟਾਇਓ। ਮੇਰਾ ਹਉਮੈ ਦਾ ਬੜਾ ਵੱਡਾ ਰੋਗ ਸੀ, ਮੈਂ ਆਪਣੇ ਆਪ ਨੂੰ ਕੌਲਾਂ ਸਮਝਦੀ ਸੀ। ਅੱਜ ਪਤਾ ਲੱਗਾ ਮੈਂ ਕੌਲਾਂ ਨਹੀਂ, ਮੈਂ ਜੋਤ ਹਾਂ। ਉਸ ਵਾਹਿਗੁਰੂ ਨਿਰੰਕਾਰ ਦੀ ਜੋਤ ਹਾਂ ਮੈਂ। ਹਾਂਜੀ, ਧੰਨ ਧੰਨ ਸਤਿਗੁਰ ਗਤ ਨਿਆਰੀ। ਧੰਨ ਗੁਰੂ, ਧੰਨ ਤੁਹਾਡੀ ਖੇਡ, ਗਤ ਨਿਆਰੀ ਹੈ ਮੇਰੇ ਸਤਿਗੁਰੂ ਤੁਹਾਡੀ। ਹਾਂਜੀ, ਨਮੋ ਨਮੋ ਭਵ ਪੰਜਨ ਹਾਰੀ। ਬਾਪ ਜੀ ਮਹਾਰਾਜ ਜਨਮ ਮਰਨ ਕੱਟਣ ਵਾਲੇ ਹੋ, ਨਮਸਕਾਰ ਹੈ ਤੁਹਾਡੇ ਚਰਨਾਂ ਤੇ। ਗੂੜ ਗੁਪਤ ਤਤਕਾਲ ਜਨਾਇਓ। ਬੜਾ ਗੂੜ ਗਿਆਨ ਸੀ ਜਿਹੜਾ ਤੁਸੀਂ ਤਤਕਾਲ ਹੀ ਮੈਨੂੰ ਦੇ ਦਿੱਤਾ ਹੈ। ਕੋਟ ਜਨਮ ਕੋ ਕਸ਼ਟ ਮਿਟਾਇਓ। ਕਰੋੜਾਂ ਜਨਮਾਂ ਦੇ ਮੇਰੇ ਕਸ਼ਟ ਮਿਟਾ ਦਿੱਤੇ ਨੇ। ਹੇ ਸਤਿਗੁਰ ਮੈਂ ਭਈ ਸਨਾਥ। ਇਹ ਸਤਿਗੁਰੂ ਮੈਂ ਸਨਾਥ ਹੋ ਗਈ ਹਾਂ। ਮੇਰੇ ਗੁਰੂ ਤੁਸੀਂ ਮੈਨੂੰ ਭਵਸਾਗਰ ਤੋਂ ਪਾਰ ਲੰਘਾ ਦਿੱਤਾ ਹੈ। ਇਮ ਕਹਿ ਧਰਿਓ ਚਰਨ ਪਰਮਾਥਾ। ਏਦਾਂ ਸਾਧ ਸੰਗਤ ਜੀ ਭਾਵੇਂ ਸਰੀਰ 'ਚ ਬਲ ਨਹੀਂ ਸੀ, ਮਾਤਾ ਕੌਲਾਂ ਅੱਗੇ ਵਧੀ ਤੇ ਆਪਣਾ ਮੱਥਾ ਸਤਿਗੁਰੂ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਰੱਖ ਦਿੱਤਾ। ਸ਼੍ਰੀ ਹਰਗੋਬਿੰਦ ਪੁਨਹੁ ਬਖਾਨਾ। ਸਤਿਗੁਰੂ ਹਰਗੋਬਿੰਦ ਸਾਹਿਬ ਮਾਤਾ ਕੌਲਾਂ ਜੀ ਨੂੰ ਬਚਨ ਕਰਦੇ ਹਨ। ਤਬ ਤਨ ਅੰਤ ਸਮਾਨ ਨਿਰਾਨਾ। ਕਹਿਣ ਲੱਗੇ ਕੌਲਾਂ ਹੁਣ ਤੇਰੇ ਸਰੀਰ ਦਾ ਅੰਤ ਸਮਾਂ ਆ ਗਿਆ ਹੈ। ਹੋ ਕੁਸ਼ਾਸਨ ਪਰ ਥਿਰ ਅਬੈ। ਹੁਣ ਆਸਣ ਲਾ ਕੇ ਜ਼ਮੀਨ ਤੇ ਲੇਟ ਜਾ। ਮਨ ਹੈ ਟਿਕਾਓ ਛੋਰ ਦਿਸ਼ ਸਬੈ। ਹੁਣ ਸਾਰੇ ਪਾਸਿਓਂ ਬਿਰਤੀ ਹਟਾ ਕੇ ਆਪਣੇ ਉਸੇ ਸਰੂਪ 'ਚ ਲਾ ਲੈ ਜਿਹੜਾ ਤੇਰਾ ਅਸਲੀ ਸਰੂਪ ਆਤਮ ਸਰੂਪ ਹੈ। ਤਤ ਛਿਨ ਦਾਸੀ ਕੁਸ਼ਾਡ ਸਾਈ। ਉਸ ਵੇਲੇ ਦਾਸੀ ਨੇ ਸਾਧ ਸੰਗਤ ਜੀ ਆਸਣ ਲਾ ਦਿੱਤਾ ਬਿਕੁਲਾਵਤ ਉਠਾਏ ਕਰ ਪਾਈ। ਤੇ ਮਾਤਾ ਜੀ ਕੌਲਾਂ ਜੀ ਨੂੰ ਉਠਾ ਕੇ ਨਾ ਸਰੀਰ ਹੱਡੀਆਂ ਦੀ ਮੁੱਠੀ ਰਹਿ ਗਿਆ ਸੀਗਾ ਤੇ ਲੰਮਿਆਂ ਪਾ ਦਿੱਤਾ। ਆਂਖ ਉਘਾਰਤ ਹੇਰਤ ਗੁਰ ਕੋ। ਅੱਖਾਂ ਖੋਲ ਕੇ ਸਾਹਮਣੇ 6ਵੇਂ ਪਾਤਸ਼ਾਹ ਵੱਲ ਦੇਖ ਰਹੀ ਹੈ। ਬਸਨਹਾਰ ਜੋ ਨਿਸ ਦਿਨ ਉਰ ਕੋ। ਜਿਹੜੇ ਸਤਿਗੁਰੂ ਦਿਨ ਰਾਤ ਹਿਰਦੇ 'ਚ ਵਸਦੇ ਅੱਜ ਉਹਨਾਂ ਦੇ ਦਰਸ਼ਨ ਕਰ ਰਹੀ ਹੈ। ਬੋਲਨ ਸ਼ਕਤ ਰਹੀ ਪੁਨ ਨਾਹੀ। ਹੁਣ ਮਾਤਾ ਕੌਲਾਂ ਦੇ ਸਰੀਰ 'ਚ ਬੋਲਣ ਦੀ ਸ਼ਕਤੀ ਨਹੀਂ ਰਹੀ। ਚਖਨ ਪਲਕ ਗੁਰ ਦਰਸ਼ਨ ਮਾਹੀ। ਔਰ ਸਾਧ ਸੰਗਤ ਜੀ ਮਹਾਰਾਜ ਦੇ ਦਰਸ਼ਨ ਅੱਖਾਂ ਵਿੱਚ ਹੋ ਰਹੇ ਨੇ, ਬੋਲ ਨਹੀਂ ਸਕਦੀ। ਹੁਣ ਹੇਰਤ ਹੇਰਤ ਨਿਕਸੇ ਪ੍ਰਾਨਾ। ਗੁਰੂ ਸਾਹਿਬ ਨੂੰ ਵੇਖਦਿਆਂ ਹੀ ਜੋਤ ਜੋਤ ਵਿੱਚ ਰਲ ਗਈ। ਮਾਤਾ ਕੌਲਾਂ ਜੀ ਦੇ ਪ੍ਰਾਣ ਪੰਖੇਰੂ ਉਡਾਰੀਆਂ ਮਾਰ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਹੀ ਲੀਨ ਹੋ ਗਏ। ਹਾਂਜੀ, ਭਈ ਧਨ ਪਦ ਪਾਏ ਮਹਾਨਾ। ਧੰਨ ਮਾਤਾ ਕੌਲਾਂ ਜੀ, ਧੰਨ ਮਾਤਾ ਕੌਲਾਂ ਜੀ, ਧੰਨ ਧੰਨ ਹੀ ਹੋ ਗਏ। ਗੁਰੂ ਸਾਹਿਬਾਂ ਦੇ ਵਿੱਚ ਹੀ ਅਭੇਦ ਹੋ ਗਈ ਜੋਤ ਉਹਨਾਂ ਦੀ। ਮ੍ਰਿਤਕ ਭਈ ਗੁਰਦਾਸ ਹਕਾਰੇ। ਮਹਾਰਾਜ ਨੇ ਵੇਖਿਆ ਹੁਣ ਸਰੀਰ ਮ੍ਰਿਤਕ ਹੋ ਗਿਆ, ਜੋਤ ਜੋਤ 'ਚ ਰਲ ਗਈ ਹੈ। ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਆਵਾਜ਼ ਦਿੱਤੀ। ਤਿਸ ਕੀ ਦਾਸੀ ਸਾਥ ਉਚਾਰੇ। ਜਿਹੜੀ ਮਾਤਾ ਕੌਲਾਂ ਦੀ ਦਾਸੀ ਸੀ ਨਾ, ਸੇਵਾ ਕਰਿਆ ਕਰਦੀ ਸੀ, ਉਹਨੂੰ ਮਹਾਰਾਜ ਕਹਿਣ ਲੱਗੇ ਮ੍ਰਿਤਕ ਕਿਰਿਆ ਕੀ ਜਹ ਅਬਸਾਰੀ। ਕਹਿਣ ਲੱਗੇ ਬੀਬੀ ਹੁਣ ਤੁਸੀਂ ਇਹਦੇ ਇਸ਼ਨਾਨ ਦੀ ਤਿਆਰੀ ਕਰੋ।
ਲੈ ਗਮਨ ਹੋਸ਼ਬ ਬਾਗ ਮਝਾਰੀ। ਇਹਨੂੰ ਬਾਗ ਵਿੱਚ ਲਿਜਾ ਕੇ ਇਹਦਾ ਜਿਹੜਾ ਅੰਤਮ ਸੰਸਕਾਰ ਹੈ, ਅੰਤਮ ਰੀਤੀ ਉਹ ਕਰੀਏ। ਕਹੇ ਗੁਰੂ ਕੇ ਮਿਲ ਨਰ ਨਾਰ। ਸਾ ਇਸਤਰੀਆਂ ਪੁਰਸ਼ ਮਹਾਰਾਜ ਦਾ ਬਚਨ ਮੰਨ ਕੇ ਕਰੀ ਨੁਹਾਵਨ ਨਿਰਮਲ ਬਾਰ। ਸੋਹਣਾ ਜਲ ਗੰਗਸਰ ਦਾ ਲਿਆਂਦਾ ਤੇ ਮਾਤਾ ਨੂੰ ਇਸ਼ਨਾਨ ਕਰਾਇਆ। ਬਹੁਤ ਮੋਲ ਕੋ ਪਾਏ ਦੁਸ਼ਾਲਾ। ਔਰ ਬੜਾ ਸੋਹਣਾ ਦੁਸ਼ਾਲਾ ਉੱਤੇ ਇੱਕ ਕੀਮਤੀ ਵਸਤਰ ਪਾ ਕੇ ਗਾਏ ਰਬਾਬੀ ਸ਼ਬਦ ਵਿਸਾਲਾ। ਰਬਾਬੀਆਂ ਨੇ ਕੀਰਤਨ ਕੀਤਾ। ਲੈ ਕਰ ਗਮਨੇ ਉਪਬਨ ਮਾਹੀ। ਔਰ ਬਾਗ ਵਿੱਚ ਲੈ ਗਏ ਹਨ ਮਾਤਾ ਜੀ, ਉੱਥੇ ਜਿੱਥੇ ਅੱਜ ਕੱਲ ਮਾਤਾ ਜੀ ਦੀ ਕਬਰ ਬਣੀ ਹੋਈ ਹੈ। ਇਮ ਕੋਲਾਂ ਗਥ ਸਗਰੀ ਪ੍ਰਾਹੀ। ਤੇ ਮਾਤਾ ਜੀ ਦਾ ਸਥਾਨ ਉੱਥੇ ਬਣ ਗਿਆ। ਸੋ ਉਹਨਾਂ ਦੀ ਕਬਰ ਬਣੀ, ਕਿਉਂਕਿ ਉਹ ਮੁਸਲਮਾਨਾਂ ਦੇ ਘਰ ਦਾ ਜਨਮ ਸੀ ਨਾ, ਇਸ ਕਰਕੇ ਉਹਨਾਂ ਦੀ ਕਿਰਿਆ ਉਹਨਾਂ ਦੇ ਮੁਤਾਬਕ ਹੀ ਕੀਤੀ ਗਈ ਤੇ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਜੋਤ ਜੋਤ ਰਲ ਗਈ। ਇਉਂ ਮਾਤਾ ਜੀ ਚੜ੍ਹਾਈ ਕਰ ਗਏ ਸਨ। ਸਤਿਗੁਰ ਬੈਠੇ ਲਾਏ ਦੀਵਾਨ। ਮਹਾਰਾਜ ਦੀਵਾਨ ਲਾ ਕੇ ਬੈਠੇ ਹਨ ਛੇਵੇਂ ਪਾਤਸ਼ਾਹ ਜੀ। ਆਵਤ ਭਏ ਲੋਕ ਸਭ ਜਾਨ। ਸਾਰੇ ਸ਼ਹਿਰ ਦੇ ਲੋਕ ਅਫਸੋਸ ਕਰਨ ਲਈ ਆ ਗਏ ਨੇ। ਸ਼ੋਕ ਠਾਨ ਬੈਠ ਹੈ ਗੁਰ ਤੀਰ। ਸਾਰੇ ਅਫਸੋਸ ਕਰਦੇ ਗੁਰੂ ਜੀ ਦੇ ਕੋਲ ਬੈਠ ਰਹੇ ਨੇ। ਆਇਓ ਪੈਂਦ ਖਾਨ ਬਰਬੀਰ। ਮਹਾਬਲੀ ਜੋਧਾ ਪੈਂਦੇ ਖਾਂ ਆਇਆ ਹੈ। ਹਾਏ ਮਾਤ ਕਹਿ ਊਚ ਪੁਕਾਰਾ। ਉੱਚੀ ਧਾ ਮਾਰੀ ਪੈਂਦੇ ਖਾਂ, ਹੇ ਮੇਰੀ ਮਾਂ ਤੂੰ ਮੈਨੂੰ ਛੱਡ ਕੇ ਚਲੀ ਗਈ। ਉਹ ਪੈਂਦੇ ਖਾਂ ਮਾਤਾ ਕੌਲਾਂ ਨੂੰ ਬਹੁਤ ਪਿਆਰ ਕਰਦਾ ਸੀ, ਮਾਂ ਸਮਝ ਕੇ, ਕਿਉਂਕਿ ਇੱਕ ਤਾਂ ਇਹ ਦੋਵੇਂ ਮੁਸਲਮਾਨਾਂ ਦੇ ਪਰਿਵਾਰ ਵਿੱਚੋਂ ਸਨ। ਪੈਂਦੇ ਖਾਂ ਵੀ ਪਠਾਨ ਸੀ ਤੇ ਮਾਤਾ ਕੌਲਾਂ ਰੁਸਤਮ ਖਾਂ ਕਾਜੀ ਦੀ ਬੇਟੀ ਸੀ, ਪਰ ਗੁਰੂ ਘਰ ਵਿੱਚ ਇਹ ਦੋਵੇਂ ਰਹਿੰਦੇ ਸਨ। ਮਾਤਾ ਦੀ ਸੇਵਾ ਵੀ ਪੈਂਦੇ ਖਾਂ ਹੀ ਕਰਿਆ ਕਰਦਾ ਸੀ। ਪੈਂਦੇ ਖਾਂ ਉੱਚੇ ਹੀ ਰੋ ਪਿਆ। ਦੇ ਧੀਰਜ ਸਤਿਗੁਰ ਨਿਰਵਾਰਾ। ਮਹਾਰਾਜ ਨੇ ਆਖਿਆ ਪੈਂਦੇ ਖਾਂ ਧੀਰਜ ਰੱਖੋ, ਕੌਲਾਂ ਰੋਣ ਯੋਗ ਨਹੀਂ ਹੈ। ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਵਾਪਰੇ, ਜੋ ਹਾਟੇ ਹਾਟ ਬਿਕਾਏ। ਕੌਲਾਂ ਉੱਥੇ ਚਲੀ ਗਈ ਜਿੱਥੇ ਸੰਸਾਰ ਦੇ ਵਿੱਚ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ। ਹਾਂਜੀ, ਸਭ ਹੀ ਸੁਪਟ ਸਿੱਖ ਨਰਪੁਰ ਕੇ। ਸਾਰੇ ਸੂਰਮੇ ਸਿੱਖ ਯੋਧੇ ਬਿਧੀ ਚੰਦ ਆਦਿ ਆ ਕੇ ਬੈਠ ਗਏ। ਗਮਨੇ ਬੈਠ ਬੈਠ ਢਿੱਗ ਗੁਰ ਕੇ। ਫਿਰ ਸਤਿਗੁਰਾਂ ਕੋਲ ਅਫਸੋਸ ਕਰਕੇ ਚਲੇ ਗਏ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਮਾਤਾ ਕੌਲਾਂ ਜੀ ਦਾ ਜੋ ਸਰੀਰ ਸ਼ਾਂਤ ਹੋਇਆ, ਇਹ ਕਥਾ ਆਪਾਂ ਸਰਵਣ ਕੀਤੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ।